ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਕਿਸਾਨਾਂ ਨੂੰ ਫਿਰ ਟਰੈਕਟਰਾਂ ਦੇ ਝੰਡੇ ਲਾ ਕੇ ਖੇਤਾਂ 'ਚ ਲੈ ਕੇ ਆਉਣੇ ਪੈ ਗਏ ਜੀ। ਪਹਿਲਾਂ ਦਿੱਲੀ ਲੈ ਕੇ ਗਏ ਸੀਗੇ। ਇਹ ਅਸਲ ਜੇ ਆਪਾਂ ਕਹਿੰਦੇ ਵੀ ਉੱਤੋਂ ਕੋਈ ਤਾਨਾਸ਼ਾਹ ਹੁਕਮ ਹੈ ਜਿਹੜਾ ਸਰਕਾਰ ਦਾ, ਉਹਦੇ ਤਹਿਤ ਪੰਚਾਇਤ ਦੇ ਥਰੂ ਇਹ ਜ਼ਮੀਨਾਂ ਰੋਕੀਆਂ ਗਈਆਂ ਨੇ। ਸਰਕਾਰ ਦਾ ਨੌਲੇਜ ਇਹ ਹੈ ਲੋਕਾਂ ਦੀ ਜਾਇਦਾਦ ਉਹ ਲੋਕਾਂ ਤੋਂ ਖੋਹ ਕੇ ਵੱਡੀਆਂ ਕੰਪਨੀਆਂ, ਵੱਡੀ ਅਫਸਰਸ਼ਾਹੀ, ਵੱਡੇ ਲੋਕਾਂ ਨੂੰ ਦੇਣੀਆਂ ਨੇ। ਤੁਹਾਡੇ ਕਹਿਣ ਦਾ ਕੀ ਮਤਲਬ ਆ ਕਿ ਜਿਹੜੇ ਕਾਨੂੰਨਾਂ ਦੀ ਲੜਾਈ ਅਸੀਂ ਲੜ ਕੇ ਆਏ ਆ, ਰੱਦ ਕਰਵਾ ਕੇ ਆਏ ਆ, ਉਹੀ ਕਿਤੇ ਨਾ ਕਿਤੇ ਘੁਮਾ ਕੇ ਲਾਗੂ ਕੀਤੇ ਜਾਣ। ਸਰਕਾਰ ਨੇ ਆਪਣਾ ਰਾਹ ਤੈਅ ਕੀਤਾ ਵਾ, ਅਸੀਂ ਲੋਕਾਂ ਨੂੰ ਸਭ ਕੁਝ ਖੋਹ ਲੈਣਾ। ਭਗਵੰਤ ਮਾਨ ਨੇ ਅੱਜ ਟਵੀਟ ਕੀਤਾ ਜੀ, ਕਹਿੰਦੇ 31 ਮਈ ਤੱਕ ਜ਼ਮੀਨਾਂ ਛੱਡਣੀਆਂ ਨੇ, ਛੱਡ ਦਿਓ ਕਿਸੇ ਕੋਲ ਵੀ ਆ, ਨਹੀਂ ਤਾਂ ਫਿਰ ਨਵੇਂ ਪੁਰਾਣੇ ਜਿਹੜੇ ਖਰਚੇ ਨੇ ਉਹ ਵੀ ਭਰਨੇ ਪੈਣੇ ਨੇ। ਪਰ ਆਮ ਜਨਤਾ ਨੂੰ ਅਸੀਂ ਪਹਿਲਾਂ ਵੀ ਬਹੁਤ ਸਮਝਾਉਂਦੇ ਸੀ, ਅਸੀਂ ਤਾਂ ਚੋਣ ਦਾ ਬਾਈਕਾਟ ਵੀ ਕੀਤਾ ਸੀ, ਲੋਕਾਂ ਨੂੰ ਦੱਸਿਆ ਸੀ ਵੀ ਇਹ ਕਾਰਪੋਰੇਟਾਂ ਦੇ ਹਿੱਤ ਲੈ ਕੇ ਆਏ ਨੇ, ਇਹ ਆਪਣੀ ਸਰਕਾਰ ਹੋ ਨਹੀਂ ਸਕਦੀ। ਅੱਜ ਕਹਿ ਲਈਏ ਕੰਪਨੀ ਰਾਜ ਆ, ਸਰਕਾਰ ਵੀ ਇੱਕ ਕੰਪਨੀ ਹੈ। ਸਰਕਾਰ ਐਜ਼ ਏ ਕੰਪਨੀ ਰਾਜ ਕਰਦੀ ਹੈ, ਨਾ ਕਿ ਲੋਕਾਂ ਦੇ ਹਿੱਤਾਂ ਦੇ ਮੁਤਾਬਕ ਰਾਜ ਕਰਦੀ ਹੈ। ਭਾਈਚਾਰਾ ਤਾਂ ਉਹ ਕਹਿੰਦੇ ਨੇ ਆਮ ਲੋਕਾਂ ਨਾਲ। ਇਹ ਆਮ ਲੋਕਾਂ ਦਾ ਭਾਈਚਾਰਾ ਦਾ ਵੋਟਾਂ ਪਾਉਣ ਤੱਕ ਮਤਲਬ ਹੁੰਦਾ। ਜਦੋਂ ਅਸੀਂ ਉਂਗਲੀ ਕਾਲੀ ਕਰਕੇ ਬਾਹਰ ਆ ਜਾਂਦੇ ਆ, ਉਦੋਂ ਭਾਈਚਾਰਾ ਸਾਡਾ ਖਤਮ ਉਹਨਾਂ ਨਾਲ। ਦਰ ਸਿੰਘ ਖੜਾ ਜੀ ਇੱਧਰ ਸੌਹਾਂ ਖਵਾ ਪਵਾਉਂਦਾ ਸੀਗਾ ਲੋਕਾਂ ਨੂੰ। ਬਾਈ ਕਹਿੰਦੇ ਸੌਹਾਂ ਪਵਾਉਂਦਾ ਸੀਗਾ ਗੁਰਦੁਆਰੇ ਵੀ ਆਮ ਆਦਮੀ ਪਾਰਟੀ ਨੂੰ ਵੋਟ ਪਾਉਣੀ ਆ। ਇਹ ਤਾਂ ਵੀਰ ਜੀ ਇਹਨਾਂ ਦਾ ਬੇੜਾ ਗਰਕ ਹੋ ਗਿਆ। ਭਗਵੰਤ ਮਾਨ ਤੇ ਇੰਨੀ ਆਸਾਂ ਦੀਆਂ ਖਤਮ ਹੈ ਬੰਦਾ। ਅਸਲ 'ਚ ਸਰਕਾਰ ਇਹਨਾਂ ਵਾਸਤੇ ਸ਼ਬਦ ਗਲਤ ਵਰਤ ਰਹੀ ਆ। ਸ਼ਬਦ ਕਿੱਦਾਂ ਗਲਤ ਵਰਤੇ? ਸ਼ਬਦ ਜਿਵੇਂ ਨਜਾਇਜ਼ ਕਬਜ਼ੇਦਾਰ, ਇਹ ਕਬਜ਼ੇ ਕਰਨ ਵਾਲੇ ਨਹੀਂ ਹੈਗੇ, ਇਹਨਾਂ ਨੇ ਕਿਸੇ ਤੋਂ ਛੁਡਾਈਆਂ ਨਹੀਂ, ਇਹਨਾਂ ਨੇ ਜ਼ਮੀਨਾਂ ਆਬਾਦ ਕਰੀਆਂ ਨੇ, ਇਹਨਾਂ ਨੇ ਇੱਥੇ ਢੱਕ ਪੱਟੇ ਨੇ, ਜ਼ਮੀਨਾਂ ਪੱਧਰੀਆਂ ਕਰੀਆਂ ਨੇ, ਜੰਗਲ ਪੱਟੇ ਨੇ। ਇਹ ਜੇ ਕੋਈ 20, 50, 60, 70 ਸਾਲ ਪੁਰਾਣਾ ਬਜ਼ੁਰਗ ਹੁੰਦਾ ਉਹ ਦੱਸਦਾ ਵੀ ਕਿੱਥੋਂ ਕਿਹੜੀ ਡੰਡੀ ਜਾਂਦੀ ਸੀ। ਅਸਲ 'ਚ ਇਹ ਜਿਹੜੇ ਸੂਬੇਦਾਰ ਨੇ ਪੰਜਾਬ ਦੇ ਨਵੇਂ ਬਣੇ ਨੇ, ਇਹਨਾਂ ਨੇ ਹੁਣ ਸੂਬੇਦਾਰੀ ਤਾਂ ਦਿੱਲੀ ਤੋਂ ਹੀ ਲਈ ਆ। ਚੈਲੰਜ ਕਰਦੇ ਆ ਸਰਕਾਰ ਨੂੰ ਕਿ ਉਹ ਆਪਦੇ ਕਮਰ ਕੱਸੇ 30 ਜੁਲਾਈ 30 ਬਈ ਜੋ ਮਰਜ਼ੀ ਉਹ ਕਰਦੀ ਆ ਕਰੇ। ਸਾਡਾ ਕੰਮ ਆ ਲੋਕਾਂ ਨੂੰ ਜਾਗਰਤ ਕਰਨਾ, ਇਹਨਾਂ ਦੇ ਹੱਕਾਂ ਦੇ ਲਈ ਖੜਨਾ, ਅੱਗੇ ਹੋ ਕੇ ਲੜਨਾ। ਧੱਕਾ ਕਰਦੀ ਹੈ ਸਰਕਾਰ, ਧੱਕਾ ਕਰਦੀਆਂ ਹੁੰਦੀਆਂ ਨੇ ਸਰਕਾਰਾਂ ਤੇ ਅਸੀਂ ਸਹਿਨੇ ਆ। ਹੁਣ ਦਿੱਲੀ ਦੇ ਅਸੀਂ ਨੱਕ ਰਗੜਾ ਕੇ ਆਏ ਆ 3 ਕਾਲੇ ਕਾਨੂੰਨਾਂ 'ਚ। ਜੋ ਮਰਜ਼ੀ ਹੋਵੇ, ਇਹ ਦਿੱਲੀ ਨੀਤੀਆਂ ਘੜੂਗੀ, ਇਹ ਲਾਗੂ ਕਰਨਗੇ। ਸੂਬੇਦਾਰੀ ਇਸੇ ਸ਼ਸਤਾਂ 'ਚ ਮਿਲਦੀ ਆ, ਵੋਟਾਂ ਨਾਲ ਸੂਬੇਦਾਰੀ ਉਹ ਮਿਲ ਸਕਦੀ ਆ, ਰਾਜ ਨਹੀਂ ਮਿਲ ਸਕਦਾ। ਦਿੱਲੀ ਅਸੀਂ ਇਤਿਹਾਸ ਰਚ ਕੇ ਆਏ ਆ, ਆਉਣ ਵਾਲੀਆਂ ਪੀੜ੍ਹੀਆਂ ਦੇਖਣਗੀਆਂ ਵੀ ਆਹ ਲੋਕਾਂ ਨੂੰ ਕੀ ਸੀ, ਕਾਹਤੋਂ ਇਤਿਹਾਸ ਰਚਿਆ। ਪੰਜਾਬ 'ਚ ਵੀ ਦਿੱਲੀ ਵਰਗੇ ਹਾਲਾਤ ਆਉਣ ਵਾਲੇ ਟਾਈਮ 'ਚ ਜ਼ਮੀਨਾਂ ਨੂੰ ਬਚਾਉਣ ਦੇ ਲਈ ਬਣ ਸਕਦੇ ਨੇ, ਜਿੱਦਾਂ ਸਿੰਘੂ ਤੇ ਟਿੱਕਰੀ ਤੇ ਸੀਗੇ। ਕਿ ਉਹ ਪੰਜਾਬ 'ਚ ਵੀ ਹੋ ਸਕਦਾ ਜਿੱਦਾਂ ਸਰਕਾਰ ਕਰ ਰਹੀ ਹੈ? ਬਾਲਾ ਲੰਬਾ ਸਮਾਂ ਨਹੀਂ ਹੈਗਾ। 17 ਤਰੀਕ ਆਉਣ ਦਿਓ, 17 ਤਰੀਕ ਨੂੰ ਚਾਲੇ ਪਾਉਂਦੇ ਆ ਦਿੱਲੀ, ਇੱਥੇ ਆਪਣੇ ਚੰਡੀਗੜ੍ਹ ਦੇ ਵਿੱਚ, ਤੇ ਬੈਠਾਂਗੇ ਉੱਥੇ, ਉਵੇਂ ਇਹਨੂੰ ਨੱਕ ਨਾਲ ਚਣੇ ਚਬਾ ਕੇ ਆਵਾਂਗੇ ਜਿਵੇਂ ਮੋਦੀ ਨੂੰ ਚਬਾਏ ਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ। ਮੈਂ ਮਨਵਿੰਦਰ ਸਿੰਘ ਟਿਵਾਣਾ। ਪਟਿਆਲਾ ਦਿਹਾਤੀ ਦਾ ਪਿੰਡ ਦਿਆਗੜ੍ਹ 2 ਦਿਨ ਪਹਿਲਾਂ ਵੀ ਤੁਹਾਨੂੰ ਖਬਰ ਦਿਖਾਈ ਸੀਗੀ। ਕਬਜ਼ਾ ਵਾਰੰਟ ਨੇ ਜਿਹੜੇ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੇ ਗਏ ਸਨ, ਸਾਮਲਾਤ ਜ਼ਮੀਨਾਂ ਨੇ ਜਿਹੜੀਆਂ ਉਹ ਖਾਲੀ ਕਰਵਾਉਣ ਦੇ ਲਈ। ਪਰ ਅੱਜ ਫੇਰ ਇੱਥੇ ਜਿਹੜੇ ਸਰਕਾਰ ਵੱਲੋਂ ਕਬਜ਼ਾ ਵਾਰੰਟ ਨੇ ਉਹ ਪਹੁੰਚੇ ਨੇ। ਉਸ ਦੇ ਨਾਲ ਜਿਸ ਤਰ੍ਹਾਂ ਉਸ ਦਿਨ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ ਸਨ, ਅੱਜ ਵੀ ਕਿਸਾਨ ਜਥੇਬੰਦੀਆਂ ਇੱਥੇ ਇਕੱਠੀਆਂ ਨੇ। ਪੱਕਾ ਮੋਰਚਾ ਹੈ ਜਿਹੜਾ ਉਹ ਲਗਾਇਆ ਗਿਆ ਹੈ ਤੇ ਕਿਹਾ ਜਾ ਰਿਹਾ ਹੈ ਕਿ ਇਹ ਸਾਮਲਾਤ ਹੈ ਜਿਹੜੀ, ਇਹ ਸਾਮਲਾਤ ਦੇਹ ਹੈ। ਦੇਹ ਦਾ ਕੀ ਅਰਥ ਹੈ ਇਹ ਵੀ ਗੱਲ ਕਰਾਂਗੇ, ਸਮਝਣ ਦੀ ਕੋਸ਼ਿਸ਼ ਕਰਾਂਗੇ ਕੀ ਮਸਲਾ ਹੈ, ਕੀ ਗੱਲ ਆ ਜਿਹੜੀ ਸਾਮਲਾਤ ਦੇਹ ਹੁੰਦੀ ਆ, ਕਿਉਂ ਇਹਨੂੰ ਦੇਹ ਕਿਹਾ ਜਾਂਦਾ ਹੈ, ਕਿਉਂ ਸਰਕਾਰ ਆ ਜਿਹੜੀ ਬਾਰ-ਬਾਰ ਨੋਟਿਸ ਭੇਜ ਰਹੀ ਆ ਕਿਸਾਨਾਂ ਨੂੰ। ਸੋ ਗੱਲ ਕਰਦੇ ਆ, ਸਾਡੇ ਨਾਲ ਕਿਸਾਨ ਆਗੂ ਨੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਪਰਸੋਂ ਵੀ ਆਏ ਸੀ ਨਾ, ਜਿਹੜੀ ਸਰਕਾਰ ਨੇ ਅੱਜ ਕੱਲ੍ਹ ਪੰਚਾਇਤੀ ਜ਼ਮੀਨ ਦੇ ਬਹਾਨੇ ਜਿੱਥੇ ਕਿਸਾਨ ਦਹਾਕਿਆਂ ਤੋਂ ਬੈਠੇ ਨੇ, ਇਹ ਜ਼ਮੀਨਾਂ ਉਹਨਾਂ ਨੇ ਆਬਾਦ ਕਰੀਆਂ ਨੇ। ਇਹ ਜ਼ਮੀਨਾਂ ਪਿਛਲੇ ਸਮਿਆਂ ਤੋਂ ਇੱਕ ਦੇਹ ਸ਼ਾਮਲਾਤ ਦੀ ਕਿਸਮ ਹੈ, ਇੱਕ ਕੁਛ ਮਾਲ ਕਿਸਾਨਾਂ ਨੇ ਆਪਣੇ ਵੱਲੋਂ ਛੱਡੀਆਂ ਜ਼ਮੀਨਾਂ ਨੇ। ਦੇਹ ਦਾ ਕੀ ਮਤਲਬ ਹੁੰਦਾ ਜੀ? ਦੇਹ ਸਾਮਲਾਟ ਕਿਹਾ ਜਾਂਦਾ ਜੀ? ਦੇਹ ਦਾ ਮਤਲਬ ਵੀ ਪਿੰਡ ਦੀ ਉਹ ਧਰਤੀ ਜਿਹੜੇ ਉਸ ਪਿੰਡ ਨੇ ਆਪਣੀ ਸਹਿਮਤੀ ਨਾਲ ਛੱਡੀ ਹੋਵੇ। ਇੱਕ ਹੈ ਵੀ ਉਹਦੇ 'ਚ ਸਾਰੇ ਕਿਸਮ ਦੇ ਲੋਕ ਹੋਣਗੇ। ਜਿਹੜੀ ਇੱਥੋਂ ਦੀ ਕਿਸਮ ਹੈ ਜ਼ਮੀਨ ਦੀ, ਇਹ ਅੱਜ ਪਤਾ ਲੱਗਿਆ, ਇਹ ਅਸਲ 'ਚ ਜਿਹੜੇ ਜ਼ਮੀਨ ਦੇ ਮਾਲਕ ਨੇ ਅਸਲ 'ਚ, ਕਿਉਂਕਿ ਪਿਛਲੇ ਸਮਿਆਂ 'ਚ ਸਰਕਾਰ ਜ਼ਮੀਨ 'ਤੇ ਮਾਮਲਾ ਲੈਂਦੀ ਸੀ ਜੀ। ਅੱਛਾ, ਕੁਛ ਪਿੰਡਾਂ ਤੋਂ ਓਡੇ ਰਕਬੇ ਦਾ ਠੇਕਾ ਨਹੀਂ ਸੀ ਭਰਿਆ ਜਾਂਦਾ।
ਮਾਮਲਾ ਜਿੱਦਾਂ ਅੱਜ ਕੱਲ ਚੌਂਕੀਦਾਰਾ ਕਹਿੰਦੇ ਨੇ ਜੀ ਉਹੀ ਚੀਜ਼ ਹੈ ਜੀ। ਮਾਮਲਾ ਜ਼ਮੀਨ ਦਾ ਠੇਕਾ ਵੀ 5 ਰੁਪਏ ਬਿੱਗਾ ਫਲਾਣਾ ਕੁਛ, ਤਾਂ ਜਿਵੇਂ ਰਾਜਾ ਰੇਜ ਜਾਂ ਰਾਜ ਵੇਲੇ ਬਟਾਈ ਲੈਂਦੇ ਸੀ, ਅੰਗਰੇਜ਼ਾਂ ਨੇ ਨਗਦ ਮਾਮਲਾ ਸ਼ੁਰੂ ਕਰਤਾ ਸੀਗਾ। ਆਮ ਤੌਰ ਤੇ ਮੋਟੀ ਗੱਲ ਹੈ, ਉਦੋਂ ਜੇ ਜ਼ਮੀਨ ਦੀ 5 ਰੁਪਏ ਆਮਦਨ ਸੀ, 3 ਰੁਪਏ ਆਮਦਨ ਸੀ, 1 ਰੁਪਈਆ ਉਹਦਾ ਠੇਕਾ ਮਾਮਲਾ ਸਰਕਾਰ ਲੈਂਦੀ ਸੀਗੀ। ਤਾਂ ਜਿਹਦੇ ਕਰਕੇ ਉਦੋਂ ਕਿਉਂਕਿ ਪਿੰਡਾਂ 'ਚ ਥੋੜ੍ਹੀ ਬਹੁਤੀ ਜ਼ਮੀਨ ਹਲ ਨਾਲ ਲੋਕ ਖੂਹਾਂ ਦੇ ਆਲੇ ਦੁਆਲੇ ਖੇਤੀ ਕਰਦੇ ਸੀ, ਬਾਕੀ ਰਕਬਾ ਵਿਹਲਾ ਰਹਿੰਦਾ ਸੀਗਾ। ਕਿਉਂਕਿ ਜੇ ਤਾਂ ਰਕਬੇ ਦੇ ਮੁਤਾਬਕ ਮਾਮਲਾ ਪਿੰਡ ਨੂੰ ਬਹੁਤ ਜ਼ਿਆਦਾ ਬਣਦਾ ਸੀ, ਤਾਂ ਉਹਨਾਂ ਨੇ ਫਿਰ ਸਰਕਾਰ ਨਾਲ ਇਹ ਸਹਿਮਤੀ ਇਸ ਕਿਸਮ ਦੀ ਪ੍ਰਪੋਜ਼ਲ ਦੇ ਤਹਿਤ ਆਹ ਜ਼ਮੀਨ ਅਸੀਂ ਹਾਲੇ ਆਪਣੀ ਵਿਹਲੀ ਰੱਖਦੇ ਹਾਂ, ਸਾਡੇ ਆਪਣੀ ਮਾਲਕਾਂ ਦੀ ਜ਼ਮੀਨ ਹੈ, ਅਸੀਂ ਆਹ ਜ਼ਮੀਨ 'ਚ ਨਹੀਂ ਖੇਤੀ ਕਰਦੇ, ਇਸ ਕਰਕੇ ਇਹਦਾ ਅਸੀਂ ਮਾਮਲਾ, ਕਿਉਂਕਿ ਇਸ ਦਾ ਮਾਮਲਾ ਨਹੀਂ ਦੇ ਸਕਦੇ। ਜੇ ਮਾਮਲਾ ਨਹੀਂ ਦਿੰਦੇ ਜੀ ਫਿਰ ਕੀ ਉਹ ਸਾਮਲਾਤ ਬਣ ਜਾਂਦੀ ਸੀ? ਨਾ ਸ਼ਾਮਲਾ ਨਹੀਂ ਇਹੀ ਤਾਂ ਨੁਕਤਾ ਦੱਸਣ ਵਾਲਾ, ਕੋਈ ਜ਼ਮੀਨ ਉਹ ਮਾਲਕਾਂ ਦੀ ਸੀ, ਇਸ ਕਰਕੇ ਸਰਕਾਰ ਨੇ ਠੀਕ ਹੈ ਮਾਲਕਾਂ ਦੀ ਪਈ ਹੈ, ਜਦੋਂ ਮਾਲਕ ਮਾਹੁਣ ਬੀਜਣਗੇ ਉਦੋਂ ਠੇਕੇ ਦੀ ਗੱਲ ਹੋ ਜੂਝਣੀ, ਉਦੋਂ ਇਹਦਾ ਮਾਮਲਾ ਨਹੀਂ ਸੀ ਲਿਆ ਜਾਂਦਾ। ਇਹ ਦਿਆਗੜ ਦੀ ਜ਼ਮੀਨ ਉਸ ਕਿਸਮ ਦੀ ਹੈ। ਦੇਸ਼ ਸ਼ਾਮਲਾਟ ਆਮ ਤੌਰ ਤੇ ਮੋਟੇ ਤੌਰ ਤੇ ਪਿੰਡ ਸਾਂਝੀ ਜ਼ਮੀਨ ਛੱਡਦੇ ਹੁੰਦੇ ਨੇ, ਜਿਸ ਸਾਰੇ ਪਿੰਡ ਦਾ ਭਾਈਚਾਰਾ ਉਹਨੂੰ ਵਰਤਦਾ ਹੁੰਦਾ, ਉਹ ਸਾਰੇ ਪਿੰਡ ਦੀ ਉਹ ਮਾਲਕੀ ਹੁੰਦੀ ਹੈ। ਫਿਰ ਜੀ ਦੇਹ ਸਾਮਲਾਟ ਛਡਾਉਣ ਦੀਆਂ ਤਿਆਰੀਆਂ ਕਰ ਰਹੀ ਆ ਸਰਕਾਰ। ਪਤਾ ਤਾਂ ਇਹ ਵੀ ਲੱਗ ਰਿਹਾ ਏ ਕਿ ਜਿਹੜਾ ਭਾਸੋਂ ਸ਼ਹਿਰ ਆ ਪੂਰਾ ਦੇਹ ਸਾਮਲਾਟ ਤੇ ਬਸਿਆ ਏ, ਉਹ ਕੀ ਫਿਰ ਉਹਨਾਂ ਦੇ ਵੀ ਮਕਾਨ ਢਾਹੇ ਜਾਣਗੇ? ਇਹੀ ਅਸਲ ਜੀ। ਨਾ ਇੱਕ ਮਿੰਟ, ਅਸਲ 'ਚ ਜਿਹੜੀ ਆਪਾਂ ਨੂੰ ਇਹ ਨੁਕਤਾ ਸਮਝਣ ਵਾਲਾ ਹੈ, ਕਿਉਂਕਿ ਅੱਜ ਦਾ ਜਿਹੜਾ ਦੌਰ ਹੈ ਸਰਕਾਰਾਂ ਦਾ, ਉਦੋਂ ਸਰਕਾਰਾਂ ਨੂੰ ਜਿਹੀ ਜੀ ਖੇਤੀ ਸੀ ਉਹਦੇ ਮੁਤਾਬਕ ਸਾਡਾ ਜਿਹੜਾ ਵਿਕਾਸ ਜਾਂ ਲੋੜ 'ਚ ਮਾਮਲਾ ਸੀਗਾ ਸਵੀਕਾਰ ਲਿਆ ਸਰਕਾਰ ਨੇ। ਹੁਣ ਸਰਕਾਰ ਕੀ ਕਰਦੀ ਹੈ, ਅੱਜ ਇਹ ਕਾਰਪੋਰੇਟ ਸਿਸਟਮ ਹੈ, ਜਿਹਦੇ 'ਚ ਪਹਿਲੀ ਗੱਲ ਤਾਂ ਇਹਨਾਂ ਨੇ ਪੰਚਾਇਤਾਂ ਨੂੰ ਮਾਲਕ ਹੱਕ ਦਿੱਤਾ 60 ਤੋਂ ਬਾਅਦ, ਜਿਹੜੀਆਂ ਜ਼ਮੀਨਾਂ ਪੰਚਾਇਤਾਂ ਦੇ ਅੰਡਰ ਆਉਣੀਆਂ ਨਹੀਂ ਚਾਹੀਦੀਆਂ। ਬਹਾਨਾ ਇਹ ਬਣਾਇਆ ਵੀ ਪਿੰਡਾਂ ਦੀ ਡਿਵੈਲਪਮੈਂਟ ਲਈ ਆਹ ਜ਼ਮੀਨ ਪਿੰਡ ਵਾਲੇ ਠੇਕੇ ਤੇ ਦੇਣਗੇ, ਇਹ ਪੈਸੇ ਫਿਰ ਪਿੰਡ ਤੇ ਲੱਗੂਗਾ, ਜਿਹੜਾ ਇੱਕ ਬਹਾਨਾ ਅਸਲ ਪੰਚਾਇਤ ਸਰਕਾਰ ਦਾ ਇੱਕ ਅੰਗ ਬਣ ਗਈ, ਉਹਦਾ ਪਾਲਟ ਹੈ। ਇਸ ਕਰਕੇ ਪੰਚਾਇਤਾਂ ਦੇ ਰਾਹੀਂ ਇਹ ਜਿਹੜੀਆਂ ਜ਼ਮੀਨਾਂ ਪਿੰਡਾਂ ਦੀਆਂ ਬੋਲੀਆਂ ਤੇ ਦੇ ਕੇ ਪਿੰਡੀ ਡਿਵੈਲਪਮੈਂਟ ਲੱਗਣ ਦੀ ਬਜਾਏ ਉਹ ਸੈਕਟਰੀਆਂ ਚੌਕਟੀਆਂ ਵੀਡੀਓ ਸ਼ੀਡੀਆਂ ਅਫਸਰਸ਼ਾਹਾਂ ਦੀ ਜੇਬਾਂ 'ਚ ਪਿਆ ਸਾਰਾ ਰੁਪਈਆ, ਇਹ ਆਪਣੇ ਆਪ ਹੀ ਇੱਕ ਧੱਕਾ ਹੈ। ਕਿਉਂਕਿ ਜਿਹੜੀ ਇੱਕ ਜ਼ਮੀਨ ਜਾਇਦਾਦ ਹੈ ਕਿਸੇ ਪਿੰਡ ਦੀ ਹੈ, ਦੇਸ਼ ਸ਼ਾਮਲਾਟ ਹੈ, ਉਹਨਾਂ ਦੀ ਮਰਜ਼ੀ 'ਤੇ ਨਿਰਭਰ ਹੋਣੀ ਚਾਹੀਦੀ ਹੈ। ਇਹ ਅਸਲ ਜੇ ਆਪਾਂ ਕਹਿੰਦੇ ਵੀ ਉੱਤੋਂ ਕੋਈ ਤਾਨਾਸ਼ਾਹ ਹੁਕਮ ਹੈ ਜਿਹੜਾ ਸਰਕਾਰ ਦਾ, ਉਹਦੇ ਤਹਿਤ ਪੰਚਾਇਤ ਦੇ ਥਰੂ ਵੀ ਜ਼ਮੀਨਾਂ ਰੋਕੀਆਂ ਗਈਆਂ ਨੇ। ਪਹਿਲੀ ਗੱਲ ਤਾਂ ਜਿਹੜੀ ਪ੍ਰਕਿਰਿਆ ਸਰਕਾਰ ਦਾ ਜਿਹੜਾ ਅਮਲ ਹੈ, ਅਸੀਂ ਧੱਕਾਸ਼ਾਹੀ ਗੈਰ ਕਾਨੂੰਨੀ ਮੰਨਦੇ ਹਾਂ। ਉਦੋਂ ਬੇਸ਼ੱਕ ਲੋਕਾਂ ਨੇ ਇਸ ਨੁਕਤੇ ਨਹੀਂ ਉਭਾਰਿਆ, ਪਰ ਉਹ ਅੱਜ ਸਾਡੀ ਜਥੇ ਮੈਨੂੰ ਸਮਝ ਹੈ, ਅਸੀਂ ਇਸ ਗੱਲ ਤੇ ਲੜਾਈ ਲੜਾਂਗੇ, ਕਿਉਂਕਿ ਸਰਕਾਰ ਦਾ ਪੰਚਾਇਤਾਂ ਨੂੰ ਜ਼ਮੀਨ ਦੇਣ ਦਾ ਕੋਈ ਹੱਕ ਅਧਿਕਾਰ ਹੀ ਨਹੀਂ। ਕਿਉਂਕਿ ਜ਼ਮੀਨ ਕਿਸੇ ਦੀ ਹੈ, ਜਾਇਦਾਦ ਕਿਸੇ ਦੀ ਹੈ, ਉਹਦੀ ਮਰਜ਼ੀ ਤੋਂ ਬਿਨਾਂ ਹੀ ਤੁਸੀਂ ਪੰਚਾਇਤ ਜਿਹੜਾ ਕਿ ਸਰਕਾਰ ਦਾ ਅੰਗ ਹੈ, ਉਹਦੇ ਥਰੂ ਤੁਸੀਂ ਉਹ ਸਾਰੇ ਪਿੰਡ ਦੀ ਜ਼ਮੀਨ ਦੇ ਰਹੇ ਹੋ, ਇਹ ਵੀ ਅਸੀਂ ਵਿਰੋਧ ਕਰਾਂਗੇ। ਕੋਈ ਰਾਈਟ ਨਹੀਂ ਬਣਦਾ। ਇਹ ਕੋਈ ਲੱਗ ਨਹੀਂ ਰਿਹਾ ਜੀ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਾਮਲਾਟ ਦੇ ਹੈ ਇਹ, ਇਹਦੇ ਤੇ ਕੋਈ ਹੱਕ ਨਹੀਂ, ਕਿ ਸਰਕਾਰ ਨੂੰ ਇਹਦੇ ਬਾਰੇ ਨੌਲੇਜ ਨਹੀਂ ਹੈਗੀ, ਜਾਂ ਫਿਰ ਜਿਹੜੇ ਉੱਚ ਅਧਿਕਾਰੀ ਨੇ ਉਹੀ ਇਹ ਜਿਹੜੇ ਸੰਮਣ ਨੇ ਕਬਜ਼ਾ ਵਾਰੰਟ ਨੇ ਉਹ ਭੇਜੀ ਜਾਂਦੇ ਨੇ ਪਰੇਸ਼ਾਨ ਕਰਨ ਦੇ ਮਾਰੇ। ਇਦਾਂ ਦੀ ਕੋਈ ਗੱਲ ਤਾਂ ਨਹੀਂ ਹੈਗੀ, ਸਰਕਾਰ ਦੇ ਨੌਲੇਜ 'ਚ ਹੈਗੀ ਹੈ ਜੀ ਇਹ ਗੱਲ? ਕੀ ਲੱਗ ਰਿਹਾ? ਬਿਲਕੁਲ ਨੌਲੇਜ। ਅਸਲ ਜਿਹੜਾ ਕਹਿੰਦਾ ਸਰਕਾਰ ਨੇ ਜਿਹੜਾ ਸਿਸਟਮ ਚਲਾਉਣਾ ਹੁੰਦਾ, ਸਰਕਾਰ ਦਾ ਨੌਲੇਜ ਇਹ ਹੈ ਲੋਕਾਂ ਦੀ ਜਾਇਦਾਦ ਉਹ ਲੋਕਾਂ ਤੋਂ ਖੋਹ ਕੇ ਵੱਡੀਆਂ ਕੰਪਨੀਆਂ, ਵੱਡੀ ਅਫਸਰਸ਼ਾਹੀ, ਵੱਡੇ ਲੋਕਾਂ ਨੂੰ ਦੇਣੀਆਂ ਨੇ। ਮੋਟੀ ਗੱਲ ਜਿਹੜੀ ਹਮੇਸ਼ਾ ਲੁਕੀ ਰਹਿੰਦੀ ਹੈ, ਜ਼ਮੀਨਾਂ ਜਾਇਦਾਦਾਂ ਜੋ ਵੀ ਕੁਛ ਅੱਜ ਸਰਕਾਰ ਪ੍ਰਾਈਵੇਟ ਆਪਣੇ ਹੱਥਾਂ 'ਚ, ਅੱਜ ਕਹਿ ਲਈਏ ਕੰਪਨੀ ਰਾਜ ਆ। ਸਰਕਾਰ ਵੀ ਇੱਕ ਕੰਪਨੀ ਹੈ, ਸਰਕਾਰ ਐਜ਼ ਏ ਕੰਪਨੀ ਰਾਜ ਕਰਦੀ ਹੈ, ਨਾ ਕਿ ਲੋਕਾਂ ਦੇ ਹਿੱਤਾਂ ਦੇ ਮੁਤਾਬਕ ਰਾਜ ਕਰਦੀ ਹੈ। ਪਹਿਲਾਂ ਤਾਂ ਇਹ ਨੁਕਤਾ ਸਾਨੂੰ ਨਿਖੇੜਨਾ ਚਾਹੀਦਾ। ਸੱਚਮੁੱਚ ਸਾਡੀ ਸਰਕਾਰ ਜਿਵੇਂ ਵਿਦੇਸ਼ੀ ਕੰਪਨੀਆਂ ਸਾਡੇ ਸਾਧਨਾਂ ਤੇ ਸਾਡੇ ਜਾਇਦਾਦਾਂ ਦੇ ਹੱਕ ਸੀਗੀ, ਅੱਜ ਮਲਟੀਨੈਸ਼ਨਲ ਕੰਪਨੀਆਂ ਜਿਹੜੀਆਂ ਦੁਨੀਆ ਦੀਆਂ ਕੰਪਨੀਆਂ ਇੱਕ ਗਰੋਹ ਹੈ, ਅੱਜ ਦੁਨੀਆ ਦਾ ਕੰਪਨੀ ਇੱਕ ਗਰੋਹ ਹੈ, ਜਿਹੜੇ ਦੁਨੀਆ ਦੇ ਉਸ ਕੰਪਨੀ ਗਰੋਥ ਦੀ ਰਾਖੀ ਲਈ ਇਹ ਕਾਨੂੰਨ ਬਣਾਉਂਦੀ ਹੈ ਸਾਡੀ ਸਰਕਾਰ। ਇੱਕ ਕੰਪਨੀ ਸਰਕਾਰ ਹੈ, ਉਹਦੇ ਮੁਤਾਬਕ ਇਹ ਚਾਹੁੰਦੀ ਹੈ ਵੀ ਕੋਈ ਵੀ ਜ਼ਮੀਨ, ਜਿਵੇਂ ਸਾਡਾ ਜਿਹੜਾ ਜ਼ਮੀਨੀ ਮਸਲਾ ਹੈ ਕਾਰਪੋਰੇਟ ਸੈਕਟਰ ਨੂੰ ਦੇਣ ਦਾ ਮਸਲਾ ਹੈ, ਸੇਮ ਥਿੰਗ ਹੈ। ਅਸਲ ਸ਼ੁਰੂ ਇੱਥੋਂ ਹੋ ਕੇ ਹਰ ਕਿਸਮ ਦੀ ਜਿਹੜੀ ਜਾਇਦਾਦ ਹੈ ਉਹ ਸਰਕਾਰ ਕੰਪਨੀਆਂ ਲੋਕਾਂ ਤੋਂ ਖੋਹ ਕੇ, ਹਾਲਾਂਕਿ ਸਰਕਾਰ ਨੂੰ ਇਹ ਨਹੀਂ ਪਤਾ ਵੀ ਅੱਜ ਖੇਤੀ ਦੀ ਮਾਲਕੀ ਹੈ 2.5 ਕਿੱਲੇ ਤੱਕ 5 ਤੱਕ ਰਹਿ ਗਏ 85% ਦੀ ਕਿਸਾਨ, ਉਹਨਾਂ ਸਗੋਂ ਅਸੀਂ ਇਹ ਜ਼ਮੀਨ ਦੇਣੀ ਚਾਹੀਦੀ ਹੈ, ਨਾ ਕਿ ਖੋਣੀ ਚਾਹੀਦੀ ਹੈ। ਕਿਉਂਕਿ ਆਉਣ ਵਾਲਾ ਯੁੱਗ ਇਹ ਹੈ ਹਰ ਇੱਕ ਬੰਦੇ ਨੂੰ ਮਜ਼ਦੂਰ ਬਣਾਇਆ ਜਾਊਗਾ। ਜਿਹੜਾ ਪੂੰਜੀਵਾਦੀ ਸਿਸਟਮ ਹੈ ਹਰ ਬੰਦੇ ਨੂੰ ਕਿਰਤ ਦੇ ਤੌਰ ਤੇ ਲੁੱਟਦਾ ਹੈ,
ਤਾਂ ਅੱਜ ਉਹ ਜ਼ਮੀਨਾਂ ਦੇ ਮਾਲਕ ਹੋ ਕੇ ਵੱਡੇ ਵੱਡੇ ਫਾਰਮ ਬਣਾ ਕੇ ਆ ਸਾਡੇ ਆਹੀ ਲੋਕ ਉਹਦੇ ਟਰੈਕਟਰ ਚਲਾਉਣਗੇ, ਉਹਦੀਆਂ ਮੋਟਰਾਂ ਚਲਾਉਣਗੇ, ਉਹ ਲਈ ਕੰਮ ਕਰਨਗੇ, ਬਾਕੀ ਇਹਨੂੰ ਵਿਹਲੇ ਛੱਡ ਦੇਣਗੇ। ਉਹ ਫਿਰ ਭਿੜਨਗੇ ਵੀ ਯਾਰ ਮੈਨੂੰ ਨੌਕਰੀ ਮਿਲੇ, ਮੈਂ ਘੱਟ ਰੁਪਈਏ ਦਾ ਕਰੂੰਗਾ, ਕਿਉਂਕਿ ਹਮੇਸ਼ਾ ਜਿਹੜਾ ਪੂੰਜੀਵਾਦੀ ਸਿਸਟਮ ਹੈ ਉਹ ਫालतू ਲੇਬਰ ਪੈਦਾ ਕਰਕੇ ਰੱਖਦਾ ਤਾਂ ਕਿ ਜਿਹੜਾ ਮਜ਼ਦੂਰ ਨੂੰ ਘੱਟ ਤੋਂ ਘੱਟ ਦਿੱਤਾ ਜਾਵੇ। ਇਸ ਕਰ ਤੁਹਾਡੇ ਕਹਿਣ ਦਾ ਕੀ ਮਤਲਬ ਆ ਕਿ ਜਿਹੜੇ ਕਾਨੂੰਨਾਂ ਦੀ ਲੜਾਈ ਅਸੀਂ ਲੜ ਕੇ ਆਏ ਆ, ਰੱਦ ਕਰਵਾ ਕੇ ਆਏ ਆ, ਉਹੀ ਕਿਤੇ ਨਾ ਕਿਤੇ ਘੁਮਾ ਕੇ ਲਾਗੂ ਕੀਤੇ ਜਾ ਰਹੇ ਨੇ? ਉਹ ਕਿਉਂਕਿ ਲਗਾਤਾਰ ਲਾਗੂ ਨੇ, ਠੀਕ ਹੈ, ਅਸੀਂ ਉਹ ਦਬਾਅ ਥੱਲੇ ਪਿੱਛੇ ਮੋੜਾ ਲਾਤਾ, ਹੁਣ ਵੀ ਉਹੀ ਹਾਲ ਆ ਜਿਵੇਂ ਅਸੀਂ ਪਿੰਡ ਜਾਂ ਇਹਦਾ ਵਿਰੋਧ ਕੀਤਾ, ਇਸੇ ਕਰਕੇ ਚੀਜ਼ਾਂ ਅਸੀਂ ਨਹੀਂ ਲਾਗੂ ਹੋਣ ਦੇਣੀ। ਇਹੀ ਰਾਹ ਹੈ, ਇਹ ਤੋਂ ਬਿਨਾਂ ਸਾਡੇ ਲੋਕਾਂ ਕੋਲ ਕੋਈ ਬਚਾਅ ਨਹੀਂ। ਸਰਕਾਰ ਨੇ ਆਪਣਾ ਰਾਹ ਤੈਅ ਕੀਤਾ ਵਾ, ਅਸੀਂ ਲੋਕਾਂ ਨੂੰ ਸਭ ਕੁਝ ਖੋਹ ਲੈਣਾ। ਪਰ ਭਗਵੰਤ ਮਾਨ ਨੇ ਅੱਜ ਟਵੀਟ ਕੀਤਾ ਜੀ, ਕਹਿੰਦੇ 31 ਮਈ ਤੱਕ ਜ਼ਮੀਨਾਂ ਛੱਡਣੀਆਂ ਨੇ, ਛੱਡ ਦਿਓ ਕਿਸੇ ਕੋਲ ਵੀ ਆ, ਨਹੀਂ ਤਾਂ ਫਿਰ ਨਵੇਂ ਪੁਰਾਣੇ ਜਿਹੜੇ ਖਰਚੇ ਨੇ ਉਹ ਵੀ ਭਰਨੇ ਪੈਣੇ ਨੇ। ਇੱਕ ਗੱਲ ਤਾਂ ਸਾਨੂੰ ਸਮਝ ਆ ਗਈ, ਕਿਉਂਕਿ ਅਸੀਂ ਤਾਂ ਸ਼ੁਰੂ ਤੋਂ ਕਹਿੰਦੇ ਹਾਂ ਜਿਹੜੇ ਸਿਸਟਮ ਨੂੰ ਚਲਾਉਂਦੀ ਆ ਪਾਰਟੀ, ਉਹਦੇ ਕੋਲ ਉਹੀ ਨੀਤੀ ਪਾਲਿਸੀ ਹੈ। ਕਾਰਪੋਰੇਟ ਸੈਕਟਰ ਦੇ ਹਿੱਤਾਂ ਦੀ ਰਾਖੀ ਕਰਨੀ ਹੈ। ਇਸ ਕਿ ਭਗਵੰਤ ਮਾਨ ਬਾਰੇ ਸਾਡੇ ਸਧਾਰਨ ਲੋਕਾਂ ਨੂੰ ਗਿਆਨ ਨਹੀਂ ਵੀ ਸ਼ਾਇਦ ਵੋਟਾਂ ਨਾਲ ਸਰਕਾਰ ਬਦਲਦੀ ਆ। ਰਾਜ ਤਾਂ ਮੈਂ ਕਹਿੰਦਾ ਕੰਪਨੀਆਂ ਦਾ, ਕੰਪਨੀਆਂ ਉਹੀ ਰਹਿੰਦੀਆਂ ਨੇ, ਉਹ ਹਮੇਸ਼ਾ ਹੀ ਅੰਗਰੇਜ਼ਾਂ ਵੇਲੇ 300-400 ਸਾਲਾਂ ਤੋਂ ਚਲੀਆਂ ਆਉਂਦੀਆਂ ਨੇ। ਉਹ ਅੱਜ ਨਵੀਂ ਫਾਰਮ 47 ਤੋਂ ਬਾਅਦ ਵੀ ਚਲੀਆਂ ਆਉਂਦੀਆਂ ਨੇ, ਯਾਨੀ ਕੰਪਨੀਆਂ ਇੱਥੋਂ ਗਈਆਂ ਨਹੀਂ। ਕੰਪਨੀ ਨੂੰ ਭਗਤ ਸਿੰਘ ਉਹਨੇ ਕੱਢਣਾ ਚਾਹੁੰਦੇ ਸੀਗੇ, ਗਦਰੀ ਕੱਢਣਾ ਚਾਹੁੰਦੇ ਸੀਗੇ, ਇਨਕਲਾਬੀ ਲਹਿਰ ਕੱਢਣਾ ਚਾਹੁੰਦੀ ਸੀਗੀ। ਉਹਨੂੰ ਸਾਡੇ ਇੱਥੋਂ ਦੀ ਸਰਕਾਰ ਨਾਲ ਮਿਲ ਕੇ ਜਿਹੜਾ ਕੰਪਨੀਆਂ ਦਾ ਰਾਜ, ਕਾਂਗਰਸ ਉਹਦਾ ਪਾਰਟ ਸੀਗਾ, ਕਾਂਗਰਸ ਕੰਪਨੀਆਂ ਦਾ ਹਿੱਸੇਦਾਰ ਸੀਗਾ। ਇਸ ਕਰਕੇ ਕਾਂਗਰਸ ਰਾਜ ਨੇ 47 'ਚ ਉਹਨਾਂ ਕੰਪਨੀਆਂ ਨੂੰ ਜਿਉਂਦੀ ਤਿਉਂ ਬਰਕਰਾਰ ਰੱਖਿਆ। ਅੱਜ ਮੌਜੂਦਾ ਮੋਦੀ ਸਰਕਾਰ ਨੰਗੇ ਚਿੱਟੇ ਰੂਪ 'ਚ ਐਲਾਨੀਆਂ ਕਹਿੰਦੀ ਹੈ ਮੁਲਕ ਦਾ ਹਰ ਕੁਝ ਵੇਚ ਦੇਣਾ। ਹੋਰ ਵੀ ਕਿਸਾਨ ਨੇ ਸਾਡੇ ਨਾਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ, ਮੈਂ ਰਣਜੀਤ ਸਿੰਘ, ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜੀ। ਕੀ ਕਹਾਂਗੇ ਹੋ ਜੀ, ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਕਿਸਾਨਾਂ ਨੂੰ ਫਿਰ ਟਰੈਕਟਰਾਂ ਤੇ ਝੰਡੇ ਲਾ ਕੇ ਖੇਤਾਂ 'ਚ ਲੈ ਕੇ ਆਉਣੇ ਪੈ ਗਏ ਜੀ? ਪਹਿਲਾਂ ਦਿੱਲੀ ਲੈ ਕੇ ਗਏ ਸੀਗੇ। ਅਸਲ 'ਚ ਟਰੈਕਟਰ ਤਾਂ ਖੇਤਾਂ 'ਚ ਹੀ ਸੋਭਦਾ, ਪਰ ਜਿਹੜੇ ਸਾਡੇ ਖੇਤ ਖੋਣ ਲਈ ਅੱਜ ਚੱਲੇ ਨੇ, ਜਿਹੜੀਆਂ ਸਕੀਮਾਂ ਲੈ ਕੇ ਆਏ ਨੇ, ਕਿਉਂਕਿ ਕਹਿਣ ਨੂੰ ਤਾਂ ਜਨਤਾ ਨੂੰ ਇੱਥੋਂ ਤੱਕ ਇਸ ਸਰਕਾਰ ਨੇ ਜਚਾਇਆ ਸੀਗਾ, ਕਿਉਂਕਿ ਵੀ ਜਿਹੜੀ ਆਮ ਜਨਤਾ, ਆਮ ਲੋਕਾਂ ਦੀ ਸਰਕਾਰ ਹੋਊਗੀ। ਪਰ ਆਮ ਜਨਤਾ ਨੂੰ ਅਸੀਂ ਪਹਿਲਾਂ ਵੀ ਬਹੁਤ ਸਮਝਾਉਂਦੇ ਸੀ, ਅਸੀਂ ਤਾਂ ਚੋਣ ਦਾ ਬਾਈਕਾਟ ਵੀ ਕੀਤਾ ਸੀ, ਲੋਕਾਂ ਨੂੰ ਦੱਸਿਆ ਸੀ ਵੀ ਇਹ ਕਾਰਪੋਰੇਟਾਂ ਦੇ ਹਿੱਤ ਲੈ ਕੇ ਆਏ ਨੇ, ਇਹ ਆਪਣੀ ਸਰਕਾਰ ਹੋ ਨਹੀਂ ਸਕਦੀ, ਨਾ ਲੋਕਾਂ ਦੀ ਹੋ ਸਕਦੀ ਆ। ਕਿਉਂਕਿ ਅਸੀਂ ਦਿੱਲੀ ਵਾਲਾ ਜਿਹੜਾ ਮਾਡਲ ਇਹ ਪੇਸ਼ ਕਰਦੇ ਆ, ਜਿਵੇਂ ਸਾਡੇ ਪੰਜਾਬ ਦੇ ਅੱਜ ਵੀ ਇਹਨਾਂ ਨੇ 18 ਡਿਪਾਰਟਮੈਂਟ ਉਹਦੇ ਨਾਲ ਰਿਲੇਟਡ ਕਰਦੇ ਦਿੱਲੀ ਸਰਕਾਰ ਨਾਲ। ਜੇ ਭਲਾ ਅਸੀਂ ਪੁੱਛੀਏ ਇੱਥੋਂ ਦੇ ਭਗਵੰਤ ਮਾਨ ਨੂੰ, ਇੱਥੋਂ ਦੀ ਸਰਕਾਰਾਂ ਨੂੰ, ਵੀ ਦਿੱਲੀ ਵਾਲੇ ਸਾਨੂੰ ਪੰਜਾਬ ਮਾਡਲ ਦੀ ਖੇਤੀ ਦੇ ਵਿੱਚ ਕੀ ਸਿਖਾਉਣਗੇ? ਸਾਡਾ ਪੰਜਾਬ ਮਾਡਲ ਆ ਜਿਹੜਾ ਖੇਤੀ, ਪੂਰੀ ਦੁਨੀਆ ਭਰ ਦੇ ਵਿੱਚ ਮਸ਼ਹੂਰ ਆ, ਕਿਉਂਕਿ ਇੱਥੋਂ ਦਾ ਜਿਹੜਾ ਮੰਡੀਕਰਨ ਆ, ਪੰਜਾਬ ਦੇ ਵਿੱਚ ਹਰ 4 ਕਿਲੋਮੀਟਰ ਤੇ ਇੱਕ ਮੰਡੀ ਆ, ਤੇ ਦਿੱਲੀ ਦੇ ਵਿੱਚ ਕਿੱਥੇ ਆ ਮੰਡੀ? ਕੀ ਉਹ ਫਿਰ ਦਿੱਲੀ ਵਾਂਗੂ ਸਾਨੂੰ ਮੰਡੀਆਂ ਤੋਂ ਵਿਆਹੁਣਾ ਕਰਨਗੇ, ਮੰਡੀਆਂ ਤੋਂ ਉਹ ਲਾਂਭੇ ਕਰ ਦੇਣਗੇ? ਇਹ ਸੱਚੀ ਮੁੱਚੀ ਕਰਨਗੇ। ਤੇ ਅੱਜ ਜਿਹੜੇ ਆ ਖੇਤਾਂ ਨੂੰ ਇਹ ਪਏ ਨੇ ਟੁੱਟ ਕੇ, ਇਹ ਅਸਲ 'ਚ ਅੱਜ ਤੋਂ ਕੁਝ ਦਿਨ ਪਹਿਲਾਂ ਮੋਹਾਲੀ ਦੇ ਨਾਂ ਤੇ ਆਏ ਨੇ, ਕਿਉਂਕਿ ਮੋਹਾਲੀ ਦੇ ਵਿੱਚ ਬਹੁਤ ਕੀਮਤੀ, ਬੇਸ਼ੁਮਾਰ ਕੀਮਤੀ ਜਿਹੜੀ ਜ਼ਮੀਨ ਸੀ ਸ਼ਿਆਮਲਾਟ, ਉਹ ਇੱਥੋਂ ਦੇ ਵੱਡੇ ਵੱਡੇ ਲੋਕਾਂ ਨੇ, ਇੱਥੋਂ ਦੇ ਵੱਡੇ ਵੱਡੇ ਸਿਆਸਤਦਾਨਾਂ ਨੇ, ਵੱਡੇ ਵੱਡੇ ਅਫਸਰਾਂ ਨੇ ਉਸ ਨੂੰ ਨੱਪਿਆ ਤੇ ਉਸ ਤੇ ਕਬਜ਼ੇ ਕੀਤੇ ਆ। ਤੇ ਭਗਵੰਤ ਮਾਨ ਉਹ ਨਾਂ ਲੈ ਕੇ ਆਏ ਸੀ ਕਿ ਸਿਸਮਾ ਫਾਰਮਾ ਜਿਹੜਾ ਉਹਨੂੰ ਖਵਾਵਾਂਗੇ, ਤੇ ਸੁਖ ਬਲਾਸ ਜਿਹੜਾ ਸੁਖਬੀਰ ਬਾਦਲ ਦਾ ਹੋਟਲ ਆ ਜਿੱਥੇ, ਤੇ ਉਹ ਚੀਜ਼ਾਂ ਖੋਣੀਆਂ ਨੇ ਅਸੀਂ ਮੋਹਾਲੀ ਦੇ ਵਿੱਚ ਜਾ ਕੇ। ਉਧਰ ਨੂੰ ਤਾਂ ਜਾ ਨਹੀਂ ਰਹੇ ਜੀ, ਉਧਰੋਂ ਸੇਕ ਆਉਂਦਾ ਜੀ। ਅਸਲ 'ਚ ਇਹ ਹੈ ਵੀ ਉਦੋਂ ਲੋਕਾਂ ਨੂੰ ਇੱਕ ਗੱਲ ਤੇ ਲੈ ਆਏ ਵੀ ਯਾਰ ਸਰਕਾਰ ਬਹੁਤ ਵਧੀਆ, ਬੜੇ ਚੰਗੇ ਕੰਮ ਕਰਦੀ ਆ, ਪਰ ਪਰਦੇ ਪਿੱਛੇ ਜਿਹੜੀ ਸਾਡੀ ਆਮ ਜਨਤਾ, ਜਿਹੜੀ ਇੱਥੇ ਕਈ ਪੀੜ੍ਹੀਆਂ ਇਸ ਧਰਤੀ ਦੇ ਵਿੱਚ ਉਹ ਬੈਠ ਕੇ ਚਲੀਆਂ ਗਈਆਂ, ਤੇ ਉਹਨਾਂ ਤੋਂ ਜਿਹੜੀ 2-2 ਏਕੜ ਖੋਣ ਤੇ ਅੱਜ ਜਿਹੜੇ ਆਏ ਨੇ, ਕੀ ਇਹ ਸੱਚੀ ਮੁੱਚੀ ਇਹ ਸੀਸਮਾ ਫਾਰਮ ਆ ਇੱਥੇ? ਕੀ ਇੱਥੇ ਉਹਨਾਂ ਤੋਂ ਡਰ ਲੱਗਦਾ ਹੋਊ? ਤੇ ਨਹੀਂ, ਡਰ ਨਹੀਂ ਉਹਨਾਂ ਤੋਂ ਲੱਗਦਾ, ਉਹ ਇਹਨਾਂ ਦਾ ਭਾਈਚਾਰਾ, ਉਹ ਇਹਨਾਂ ਦਾ ਇੱਕ ਹਿੱਸਾ, ਇਹਨਾਂ ਦਾ ਉਹ ਭਾਈਚਾਰਾ ਤਾਂ ਉਹ ਕਹਿੰਦੇ ਨੇ ਆਮ ਲੋਕਾਂ ਨਾਲ। ਇਹ ਆਮ ਲੋਕਾਂ ਦਾ ਭਾਈਚਾਰਾ ਦਾ ਵੋਟਾਂ ਪਾਉਣ ਤੱਕ ਮਤਲਬ ਹੁੰਦਾ। ਜਦੋਂ ਅਸੀਂ ਉਂਗਲੀ ਕਾਲੀ ਕਰਕੇ ਬਾਹਰ ਆ ਜਾਂਦੇ ਆ, ਉਦੋਂ ਭਾਈਚਾਰਾ ਸਾਡਾ ਖਤਮ ਉਹਨਾਂ ਨਾਲ। ਫਿਰ ਵੋਟਾਂ ਤਾਂ ਇੱਥੇ ਕਹਿੰਦੇ ਇੰਦਰ ਸਿੰਘ ਖੜਾ ਜੀ, ਇੱਧਰ ਸੌਹਾਂ ਖਵਾ ਪਵਾਉਂਦਾ ਸੀਗਾ ਲੋਕਾਂ ਨੂੰ। ਬਾਈ ਕਹਿੰਦੇ ਸੌਹਾਂ ਪਵਾਉਂਦਾ ਸੀਗਾ ਗੁਰਦੁਆਰੇ ਵੀ ਆਮ ਆਦਮੀ ਪਾਰਟੀ ਨੂੰ ਵੋਟ ਪਾਉਣੀ ਆ। ਹਾਂ ਜੀ, ਅਸੀਂ ਕਹਿੰਦੇ ਸੀਗੇ ਵੀ ਜਿਹੜਾ ਆਮ ਆਦਮੀ ਵੋਟ ਪਾਊਗਾ ਤੇ ਉਹੀ ਮਤਲਬ ਯਾਰ ਦੋਸਤ ਆ ਸਾਡਾ, ਤੇ ਬਾਕੀ ਨਹੀਂ ਦੁਸ਼ਮਣ ਹੈ। ਮਤਲਬ ਲੜਾਈ ਆਮ ਆਦਮੀ ਪਾਰਟੀ ਨੂੰ ਤਾਂ ਵੋਟਾਂ ਪਵਾਈਆਂ, ਸੌਹਾਂ ਚਕਾਈਆਂ ਗੁਰਦੁਆਰੇ 'ਚ, ਬਈ ਉਹੀ ਯਾਰ ਦੋਸਤ ਆ, ਪਰ ਜਿਹਨੂੰ ਵੋਟਾਂ ਪਵਾਈਆਂ ਉਹ ਦੁਸ਼ਮਣ ਬਣ ਕੇ ਖੜ ਗਈ। ਇਹ ਤਾਂ ਵੀਰ ਜੀ ਇਹਨਾਂ ਦਾ ਬੇੜਾ ਗਰਕ ਹੋ ਗਿਆ। ਭਗਵੰਤ ਮਾਨ ਤੇ ਇੰਨੀ ਆਸਾਂ ਦੀਆਂ ਖਤਮ ਹੈ ਬੰਦਾ ਇਹ।
ਹਾਂ ਜੀ। ਉਹ ਤਾਂ ਇਹਨਾਂ ਦਾ ਫੋਨ ਨਹੀਂ ਜੀ ਚੱਕਦੇ ਹੁਣ। ਅਸੀਂ ਗੱਲ ਕੀਤੀ ਸੀ ਵੀ ਭਰਾਵੋ ਤੁਸੀਂ ਕੱਲ ਅੱਡੀਆਂ ਚੱਕ ਸਰਕਾਰ ਬਣਾਈ ਆ, 92 ਐਮਐਲਏ ਦਿੱਤੇ ਨੇ, ਰਿਕਾਰਡ ਭਾਰਤ ਦੇ ਵਿੱਚ ਤੁਸੀਂ ਬਣਾਇਆ ਆਪਦੀ ਸਰਕਾਰ ਦਾ ਵੀ ਇੰਨੇ ਜਿੱਤੇ ਨਹੀਂ ਕਿਸੇ ਵੀ ਸਟੇਟ ਦੇ ਵਿੱਚ, ਤੇ ਤੁਸੀਂ ਉਹਨਾਂ ਤੱਕ ਤਾਂ ਪਹੁੰਚ ਕਰਕੇ ਦੇਖੋ। ਇਹ ਕਹਿੰਦੇ ਉਹਨਾਂ ਦਾ ਫੋਨ ਹੀ ਨਹੀਂ ਚੱਕਦੇ, ਤੇ ਅਸੀਂ ਫਿਰ ਇਸ ਗੱਲ ਦੀ ਹਾਮੀ ਉੱਟੀ ਆ ਵੀ ਕੋਈ ਗੱਲ ਨਹੀਂ ਫੋਨ ਚੱਕਦੇ ਨਾ ਅਸੀਂ ਛੱਡੋ, ਅਸੀਂ ਕਿਸਾਨ ਆ, ਅਸੀਂ ਤੁਹਾਡੇ ਭੈਣ ਭਰਾ, ਅਸੀਂ ਤੁਹਾਡੇ ਨਾਲ ਖੜਾਂਗੇ ਤੇ ਜ਼ਮੀਨਾਂ ਵੱਲ ਝਾਕਣ ਨਹੀਂ ਉਹਨਾਂ ਨੂੰ ਦਵਾਂਗੇ। ਇਹ ਸਾਡਾ ਵਾਅਦਾ ਇੱਥੇ ਇਹਨਾਂ ਨਾਲ ਤਾਂ ਗੱਲ ਕੀਤੀ ਹੈ ਜੀ ਪਰਸੋਂ ਜਦੋਂ ਇੱਥੇ ਪਹੁੰਚੇ ਆ, ਉਧਰ ਨੌਜਵਾਨ ਖੜੇ ਗੱਲਾਂ ਕਰ ਰਹੇ ਸੀਗੇ, ਕਹਿੰਦੇ ਉਹੀ ਇੰਦਰਾ ਹੁਣ ਜਿਹੜਾ ਝੰਡਾ ਚੱਕੀ ਫਿਰਦਾ ਹੈ। ਉਦੋਂ ਤਾਂ ਇਹ ਕਹਿੰਦਾ ਸੀਗਾ ਆਮ ਆਦਮੀ ਪਾਰਟੀ ਨੂੰ ਵੋਟ ਪਾਉਣੀ ਆ, ਸਹੁੰ ਖਾਓ ਗੁਰਦੁਆਰੇ ਵੀ ਪਾਵੇਂਗੇ, ਤਾਂ ਗੱਲ ਕੀਤੀ ਆ। ਇਹਦੇ ਬਾਰੇ ਗੱਲਾਂ ਹੋ ਰਹੀਆਂ ਸੀਗੀਆਂ ਜੀ ਪਿੰਡ ਦੇ ਵਿੱਚ। ਇਹ ਗੱਲਾਂ ਦੇਖੋ ਹੋਣੀਆਂ ਹੀ ਚਾਹੀਦੀਆਂ ਨੇ। ਸਾਡੇ ਸਮਾਜ ਨੂੰ ਉਦੋਂ ਹੀ ਜਾਗਰੂਕਤਾ ਆਊਗੀ ਜਦੋਂ ਅਸੀਂ ਆਮਣੇ ਸਾਹਮਣੇ ਹੋ ਕੇ ਗੱਲ ਕਰਾਂਗੇ। ਅਸੀਂ ਸਾਰੇ ਲੋਕਾਂ ਨੂੰ ਅਪੀਲ ਕਰਦੇ ਹਾਂ ਉਹ ਕਿਸੇ ਵੀ ਜਥੇਬੰਦੀ 'ਚ ਜੁੜਨ, ਪਰ ਉਹ ਕਿਸਾਨ ਜਥੇਬੰਦੀ 'ਚ ਜਾਣ। ਜਥੇਬੰਦੀ ਨਾਲ ਤਾਂ ਇਹ ਵੀ ਜੁੜਿਆ ਸੀਗਾ ਜੀ, ਹੁਣ ਤੱਕ ਦਿੱਲੀ ਦਿਖਦੇ ਰਿਹਾ, ਧਰਨੇ 'ਚ ਅਸੀਂ ਰਿਹਾ, ਉੱਥੇ ਹੀ ਮਿਲਦਾ ਰਿਹਾ ਜੀ। ਦੇਖੋ ਅਸੀਂ ਵੀ ਤੁਹਾਨੂੰ ਮਿਲਦੇ ਤੇ, ਅਸੀਂ ਵੀ ਜਾਣਦੇ ਹਾਂ, ਤੁਸੀਂ ਵੀ ਜਾਣਦੇ ਹੋ, ਪਰ ਮੇਨ ਇਹ ਤਾਂ ਪਿੰਡ 'ਚੋਂ ਆਮ ਪਰ ਸਾਨੂੰ ਉਹ ਸਮੇਂ ਤੇ ਆ ਕੇ ਇੰਨਾ ਇਮੋਸ਼ਨਲ ਕਰ ਲੈਂਦੇ ਨੇ ਕਿ ਸਾਨੂੰ ਆਪਦੇ ਨਹੀਂ ਦਿਸਦੇ। ਉਹੀ ਦੁਸ਼ਮਣ ਜਿਹੜੇ ਦੁਸ਼ਮਣਾਂ ਦੀ ਲਾਈਨ 'ਚ ਸਾਡੇ ਨਾਲ ਖੜੇ ਹੁੰਦੇ ਨੇ, ਦੁਸ਼ਮਣਾਂ ਦੇ ਸਾਡੇ ਸਾਹਮਣੇ ਖੜੇ ਹੁੰਦੇ ਨੇ, ਉਹ ਸਾਨੂੰ ਚੰਗੇ ਲੱਗਣ ਲੱਗ ਜਾਂਦੇ ਨੇ, ਕਿਉਂਕਿ ਉਹਨਾਂ ਕੋਲੇ ਗੱਲਾਂ ਹੀ ਸਭ ਜਵਾਗ ਝੂਠ ਤੇ ਬਾਣ ਇੰਨਾ ਹੁੰਦਾ ਕਿ ਸਾਡੀ ਆਮ ਜਨਤਾ ਨੂੰ ਫਿਰ ਲੱਗਣ ਲੱਗ ਜਾਂਦਾ ਵੀ ਬਾਕੀ ਇਹ ਸਾਡਾ ਜਿਹੜਾ ਪਾਰ ਸਾਨੂੰ ਇਹ ਲੋਕ ਲੰਘਾ ਦੇਣਗੇ। ਕਿਉਂਕਿ ਇਸ ਘੜੀ ਦੇ ਵਿੱਚ ਇੱਥੋਂ ਦੇ ਨੌਜਵਾਨਾਂ ਨੇ ਤੇ ਹੇਠਲੀ ਜਿਹੜੀ ਛੋਟੀ ਕਮਿਊਨਿਟੀ ਆ ਉਹਨਾਂ ਨੇ ਕਿਸੇ ਦੀ ਪਰਵਾਹ ਕੀਤੇ ਬਿਨਾਂ ਇਹਨਾਂ ਨੂੰ ਵੋਟ ਪਾਈ ਆ, ਤੇ ਉਹਨਾਂ ਦੀ ਇਹ ਕਾਨੂੰਨ ਲੈ ਕੇ ਆਇਆ। ਨੌਜਵਾਨਾਂ ਨੂੰ ਕਦੇ 25,000 ਨੌਕਰੀਆਂ ਕਹਿੰਦੇ ਆ, ਕਦੇ 35,000 ਕਹਿੰਦੇ ਅਸੀਂ ਪੱਕੇ ਕਰਾਂਗੇ, ਕਦੇ ਕਹਿੰਦੇ ਅਸੀਂ ਤੁਹਾਡੀਆਂ ਰੇਹੜੀਆਂ ਚਲਾਉਂਦੇ ਹੋ, ਮੋਟਰਸਾਈਕਲਾਂ ਬਣਾ ਕੇ 5-10 ਹਜ਼ਾਰ ਦਾ ਜੁਗਾੜ ਬਣਾ ਕੇ ਬੱਚੇ ਪਾਲਦੇ ਹੋ ਤੁਸੀਂ, ਜਿਹੜੇ ਇਹ ਕਾਰੋਬਾਰ ਨਹੀਂ ਤੁਹਾਡੇ ਹੋਣ ਦੇਣੇ। ਬਾਜ਼ਾਰਾਂ 'ਚ ਰੇਹੜੀਆਂ ਲਾਈ ਲੋਕ ਖੜਿਆ, ਉਹ ਨਹੀਂ ਅਸੀਂ ਚੱਲਣ ਦੇਣੇ। ਜਿਹੜੇ ਕਿੱਲੇ 2-2 ਕਿੱਲੇ ਵਾਲੇ, ਉਹਨਾਂ ਦੀ ਅਸੀਂ ਖੇਤੀ ਨਹੀਂ ਹੋਣ ਦੇਣੀ। ਇੱਕ ਤੁਸੀਂ ਹੋਰ ਦੇਖੋ, ਸਰਕਾਰ ਨੇ ਜਿਹੜੀ ਇੱਕ ਚਿੱਠੀ ਕੱਢੀ ਹੈ ਪਿੰਡਾਂ ਦੀ ਲਿਸਟ ਬਣਾ ਕੇ, ਇੱਕ ਅਰਨੋ ਪਿੰਡ ਆ ਇੱਧਰ ਇਹਦੇ ਨਾਲ ਖਨੌਰੀ ਤੋਂ ਅੱਗੇ ਜਾ ਕੇ ਬਾਰਡਰ ਦੇ ਉੱਤੇ, ਉੱਥੇ 141 ਏਕੜ ਜ਼ਮੀਨ ਆ ਤੇ 50 ਬੰਦੇ ਨੇ ਜਿਹੜੇ ਉੱਤੇ ਖੇਤੀ ਕਰਦੇ ਆ। ਪਰ 50 ਬੰਦੇ ਅੱਜ ਤੋਂ 15-20-30 ਸਾਲ ਪਹਿਲਾਂ ਦੇ ਮਾਲਕ ਤੇ। ਉਸ ਤੋਂ ਬਾਅਦ ਤਾਂ ਉਹਨਾਂ ਦੇ ਪਰਿਵਾਰ ਦੇ ਵਿੱਚ ਕਿਸੇ ਦੇ ਨਾਲ 2 ਬੰਦੇ ਜੁੜ ਗਏ, ਕਿਸੇ ਨਾਲ 3 ਜੁੜ ਗਏ, ਕਿਸੇ ਨਾਲ 4 ਜੁੜ ਗਏ, ਯਾਨੀ ਉਹਨਾਂ ਦੀ 1 ਏਕੜ ਤੋਂ 2 ਏਕੜ ਤੋਂ ਵੱਧ ਜ਼ਮੀਨ ਹੀ ਨਹੀਂ ਉਹਨਾਂ ਦੇ ਉਹਦੇ 'ਚ ਖਾਤੇ 'ਚ ਪੈਂਦੀ। ਆਹ ਪਿੰਡ 'ਚ ਜਿੱਥੇ ਅਸੀਂ ਉਰੇ ਖੜੇ ਅੱਜ ਦਿਆਗੜ੍ਹ 'ਚ, ਇੱਥੇ ਵੀ 33 ਏਕੜ ਜ਼ਮੀਨ ਦਾ ਰੌਲਾ, ਪਰ ਇੱਥੇ ਵੀ 15 ਬੰਦੇ ਜਿਹੜੇ ਹੈਗੇ ਉਹਦੇ ਮਾਲਕ ਬਣੇ ਹੋਏ ਆ। ਉਹ ਭਾਵੇਂ ਕਾਗਜ਼ਾਂ 'ਚ 10 ਬੰਦਿਆਂ ਦੇ ਨਾਂ ਹੈ, 8 ਦੇ ਨਾਂ ਹੈ, 7 ਦੇ ਨਾਂ ਹੈ, ਪਰ ਉਹਦੇ 'ਚ ਹਿੱਸੇਦਾਰ ਕਿੰਨੇ ਬਣ ਗਏ? ਆਪਾਂ ਇਹਨਾਂ ਨੂੰ ਵੀ ਛੱਡ ਕੇ ਪੰਜਾਬ ਦੇ ਵਿੱਚ ਜਿਹੜੀ ਲਿਸਟ ਖਾਸ ਕਰਕੇ ਪਟਿਆਲੇ ਜ਼ਿਲ੍ਹੇ ਦੀ ਇਹਨਾਂ ਨੇ ਪੇਸ਼ ਕੀਤੀ ਆ, ਅਸੀਂ ਦਾਅਵਾ ਕਰਦੇ ਹਾਂ ਉਹ ਲਿਸਟ ਨੂੰ ਦੇਖ ਕੇ ਵੀ ਕਿਸੇ ਵੀ ਪਿੰਡ ਦੇ ਵਿੱਚ 2 ਏਕੜ ਤੋਂ ਵੱਧ ਕਿਸੇ ਨੂੰ ਜ਼ਮੀਨ ਹੀ ਨਹੀਂ ਆਉਂਦੀ ਜਿਹੜੀ ਇਹ ਵਾਹੁਣ ਚੱਲੇ ਆ। ਇਹਨਾਂ ਨੂੰ ਉਹ ਸੀਸਮਾ ਫਾਰਮ ਦਿਖਦਾ, ਉਹ ਸੁੱਖ ਬਿਲਾਸ ਬਾਦਲ ਵਾਲਾ ਇੱਥੇ ਹੋਟਲ ਆ ਜਿਹੜਾ ਉਹ ਦਿਸਦਾ। ਸੋ ਅਸੀਂ ਚੈਲੰਜ ਕਰਦੇ ਹਾਂ ਸਰਕਾਰ ਨੂੰ ਕਿ ਉਹ ਆਪਦੇ ਕਮਰ ਕੱਸੇ 30 ਜੁਲਾਈ 30 ਬਈ ਜੋ ਮਰਜ਼ੀ ਉਹ ਕਰਦੀ ਆ ਕਰੇ। ਸਾਡਾ ਕੰਮ ਆ ਲੋਕਾਂ ਨੂੰ ਜਾਗਰਤ ਕਰਨਾ, ਇਹਨਾਂ ਦੇ ਹੱਕਾਂ ਦੇ ਲਈ ਖੜਨਾ, ਅੱਗੇ ਹੋ ਕੇ ਲੜਨਾ। ਧੱਕਾ ਕਰਦੀ ਹੈ ਸਰਕਾਰ, ਧੱਕਾ ਕਰਦੀਆਂ ਹੁੰਦੀਆਂ ਨੇ ਸਰਕਾਰਾਂ, ਤੇ ਅਸੀਂ ਸਹਿਨੇ ਆ ਤੇ ਸਹਾਂਗੇ ਤੇ ਲੜਾਂਗੇ। ਤੇ ਨੁਕਸਾਨ ਵੀ ਹੋ ਸਕਦਾ ਜੀ ਵੱਡੇ ਨੁਕਸਾਨ ਹੁੰਦੇ ਹੀ ਹੁੰਦੇ ਨੇ ਜਦੋਂ ਲੜਾਈਆਂ ਲੱਗਦੀਆਂ ਨੇ। ਤੇ ਅਸੀਂ 750 ਕਿਸਾਨ ਜਿਹੜਾ ਆਪਦੇ ਹੱਥਾਂ ਨਾਲ ਤੋੜ ਕੇ ਆਏ ਆ। ਨੌਜਵਾਨ ਇੱਥੇ ਖੜੇ ਆ, ਕਈ 18-18 20-20 ਸਾਲ ਦੇ, ਆਪਦੇ ਹੱਥਾਂ ਨਾਲ ਉਹਨਾਂ ਦੀ ਚਿਤਾ ਨੂੰ ਅਸੀਂ ਅਗਨੀ ਭੇਟ ਕੀਤੀ ਆ। ਤੇ ਫਿਰ ਕੀ ਹੋ ਗਿਆ? ਅਸੀਂ ਇਤਿਹਾਸ ਰਚਾਂਗੇ। ਦਿੱਲੀ ਅਸੀਂ ਇਤਿਹਾਸ ਰਚ ਕੇ ਆਏ ਆ, ਆਉਣ ਵਾਲੀਆਂ ਪੀੜ੍ਹੀਆਂ ਦੇਖਣਗੀਆਂ ਵੀ ਆਹ ਲੋਕਾਂ ਨੂੰ ਕੀ ਸੀ, ਕਾਹਤੋਂ ਇਤਿਹਾਸ ਰਚਿਆ। ਪੰਜਾਬ 'ਚ ਵੀ ਦਿੱਲੀ ਵਰਗੇ ਹਾਲਾਤ ਆਉਣ ਵਾਲੇ ਟਾਈਮ 'ਚ ਜ਼ਮੀਨਾਂ ਨੂੰ ਬਚਾਉਣ ਦੇ ਲਈ ਬਣ ਸਕਦੇ ਨੇ, ਜਿੱਦਾਂ ਸਿੰਘੂ ਤੇ ਟਿੱਕਰੀ ਤੇ ਸੀਗੇ, ਕਿ ਉਹ ਪੰਜਾਬ 'ਚ ਵੀ ਹੋ ਸਕਦਾ ਜਿੱਦਾਂ ਸਰਕਾਰ ਕਰ ਰਹੀ ਹੈ। ਬਾਲਾ ਲੰਬਾ ਸਮਾਂ ਨਹੀਂ ਹੈਗਾ। 17 ਤਰੀਕ ਆਉਣ ਦਿਓ, 17 ਤਰੀਕ ਨੂੰ ਚਾਲੇ ਪਾਉਂਦੇ ਆ ਦਿੱਲੀ, ਇੱਥੇ ਆਪਣੇ ਚੰਡੀਗੜ੍ਹ ਦੇ ਵਿੱਚ, ਤੇ ਬੈਠਾਂਗੇ ਉੱਥੇ ਉਵੇਂ ਇਹਨੂੰ ਨੱਕ ਨਾਲੇ ਚਣੇ ਚਬਾ ਕੇ ਆਵਾਂਗੇ ਜਿਵੇਂ ਮੋਦੀ ਨੂੰ ਚਬਾਏ ਆ। ਹੋਰ ਵੀ ਕਿਸਾਨ ਨੇ ਸਾਡੇ ਨਾਲ, ਨੌਜਵਾਨ ਨੇ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਜੀ? ਮੇਰਾ ਨਾਮ ਪਰਮਵੀਰ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ। ਜੀ, ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਨੌਜਵਾਨੋ, ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ? ਕਹਿ ਰਹੇ ਨੇ ਕਿ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾਣਾ ਹੈ, ਪੰਜਾਬ ਨੂੰ ਖੁਸ਼ਹਾਲ ਕਰਨਾ ਹੈ, ਪਰ ਅੱਜ ਜਿਹੜੇ ਸਾਡੇ ਬਜ਼ੁਰਗ ਕਿਸਾਨ ਨੇ ਜਿਨ੍ਹਾਂ ਨੇ ਸਾਰੀਆਂ ਉਮਰਾਂ ਲਾਤੀਆਂ, ਜਿਨ੍ਹਾਂ ਦੇ ਕਈ ਬਜ਼ੁਰਗ ਚਲੇ ਵੀ ਗਏ ਜ਼ਮੀਨਾਂ ਨੂੰ ਆਬਾਦ ਕਰਨ ਦੇ ਲਈ, ਅੱਜ ਉਹਨਾਂ ਤੇ ਸੰਮਣ ਆ ਰਹੇ ਨੇ ਜ਼ਮੀਨਾਂ ਖਾਲੀ ਕਰਵਾਉਣ ਦੇ ਲਈ। ਸਰਕਾਰ ਦੀ ਜਿਹੜੀ ਨੀਤੀ ਆ ਲੋਕ ਪੱਖੀ ਤਾਂ ਹੈ ਉਹ ਨਹੀਂ। ਪਹਿਲੀ ਗੱਲ ਮੈਂ ਕੀ ਸੋਚਦਾ ਵੀ ਆਪਾਂ ਸੋਚਦੇ ਆਂ ਵੀ ਆਪਾਂ ਚੋਣਾਂ ਨਾਲ ਸਰਕਾਰ ਚੁਣ ਲੈਂਦੇ ਆ, ਆਪਾਂ ਵੋਟਾਂ ਪਾਈਏ ਨਾ ਪਾਈਏ ਤੇ ਸਰਕਾਰ ਬਣ ਹੀ ਜਾਣੀ ਹੁੰਦੀ ਆ। ਫਿਰ ਵੀ ਲੋਕ ਸੋਚਦੇ ਨੇ ਚਲੋ ਇਹਨੂੰ ਪਾ ਲਓ, ਕੋਈ ਘੱਟ ਮਾੜਾ ਬਣ ਜਾਊਗਾ। ਆਪਣੇ ਪੱਖ ਦੀ ਤਾਂ ਸੋਚਦੀ ਨਹੀਂ। ਦੂਜੀ ਗੱਲ ਇਹ ਆ ਵੀ ਜਿਵੇਂ ਨੀਤੀ
ਸਰਕਾਰ ਜਿਹੜੀ ਨੀਤੀ 'ਚ ਆਪਣੇ ਨਾਲ ਸਾਰੀ ਸ਼ਬਦਾਂ ਦੀ ਖੇਡ ਖੇਡਦੀ ਆ। ਦੇਖੋ ਇੱਥੇ ਆਪਾਂ ਆਏ ਆ, ਇਹਨਾਂ ਦੇ ਵਿੱਚ ਬਹਿ ਕੇ ਪਤਾ ਲੱਗਦਾ। ਮੈਂ ਮੇਰੇ ਵੱਡੇ ਬਜ਼ੁਰਗਾਂ ਤੋਂ ਵੀ ਸੁਣਿਆ, ਮੇਰੇ ਦਾਦਾ ਜੀ ਉਹਨਾਂ ਤੋਂ, ਕਿਸੇ ਵੇਲੇ ਜ਼ਮੀਨਾਂ ਮਤਲਬ ਐਵੇਂ ਹੁੰਦੀਆਂ ਤੀ, ਢੱਕ ਹੁੰਦਾ ਤਾਂ ਜਾਂ ਵਿੱਚੋਂ ਡੰਡੀਆਂ ਲੰਘਦੀਆਂ ਤੀਆਂ, ਉਦੋਂ ਬੇਲੀਆਂ ਪਈਆਂ ਹੁੰਦੀਆਂ ਤੇ ਆ ਮਤਲਬ ਆਬਾਦ ਨਹੀਂ ਸੀ ਉੱਥੇ, ਉਨੀ ਕੁ ਖੇਤੀ ਕਰਦੀ ਤੇ ਜਿੰਨੇ ਕੁ ਬਲਦ ਕਰ ਸਕਦੇ ਤੇ, ਗੁਜ਼ਾਰੇ ਜੋਗੀ ਨਹੀਂ ਕਰ ਸਕਦੇ ਤੇ। ਇਹ ਕਿਸੇ ਵੇਲੇ ਲਾ ਲਓ ਟੈਂਕਾਂ ਦੇ ਨਾਲ ਚੈਨਾ ਸਿੱਟ ਢੱਕ ਸਾਫ਼ ਕਰੇ, ਗਾਹਾਂ ਮਸ਼ੀਨਰੀ ਆਈ। ਅਸਲ 'ਚ ਸਰਕਾਰ ਇਹਨਾਂ ਵਾਸਤੇ ਸ਼ਬਦ ਗਲਤ ਵਰਤ ਰਹੀ ਆ। ਸ਼ਬਦ ਕਿੱਦਾਂ ਗਲਤ ਵਰਤ ਰਹੀ? ਸ਼ਬਦ ਜਿਵੇਂ ਨਜਾਇਜ਼ ਕਬਜ਼ੇ ਧਾਰਕ, ਇਹ ਕਬਜ਼ੇ ਕਰਨ ਵਾਲੇ ਨਹੀਂ ਹੈਗੇ, ਇਹਨਾਂ ਨੇ ਕਿਸੇ ਤੋਂ ਛੁਡਾਈਆਂ ਨਹੀਂ, ਇਹਨਾਂ ਨੇ ਜ਼ਮੀਨਾਂ ਆਬਾਦ ਕਰੀਆਂ ਨੇ, ਇਹਨਾਂ ਨੇ ਇੱਥੇ ਢੱਕ ਪੱਟੇ ਨੇ, ਜ਼ਮੀਨਾਂ ਪੱਧਰੀਆਂ ਕਰੀਆਂ ਨੇ, ਜੰਗਲ ਪੱਟੇ ਨੇ। ਇਹ ਜੇ ਕੋਈ 20 50 60 70 ਸਾਲ ਪੁਰਾਣਾ ਬਜ਼ੁਰਗ ਹੁੰਦਾ ਉਹ ਦੱਸਦਾ ਵੀ ਕਿੱਥੋਂ ਕਿਹੜੀ ਡੰਡੀ ਜਾਂਦੀ ਸੀ। ਇਹ ਸ਼ਬਦਾਂ ਦੀ ਖੇਡ 'ਚ ਸਰਕਾਰ ਦੀ ਨੀਅਤ ਸਪਸ਼ਟ ਹੋ ਜਾਂਦੀ ਆ, ਕਿਉਂਕਿ ਜਿਹੜੀ ਆਮ ਪਬਲਿਕ ਆ, ਜਦੋਂ ਇਹਨਾਂ ਨੇ ਆਬਾਦਕਾਰ ਸ਼ਬਦ ਨਹੀਂ ਵਰਤਣਾ, ਜਿਹੜੇ ਬੰਦੇ ਨੇ ਜ਼ਮੀਨ ਆਬਾਦ ਕਰੀ ਆ ਉਹਦੇ ਕਬਜ਼ਾ ਕਰ ਸ਼ਬਦ ਵਰਤਣਾ, ਜਿਹੜੀ ਆਮ ਪਬਲਿਕ ਆ ਉਹ ਕਿਸਾਨ ਵਰਗ ਦੇ ਖਿਲਾਫ ਹੋ ਜਾਂਦੀ ਹੈ, ਇੱਕ ਘੇਰਾਬੰਦੀ ਹੋ ਜਾਂਦੀ ਹੈ। ਸਭ ਸੋਚਦੇ ਨੇ ਸਰਕਾਰ ਚੰਗਾ ਕੰਮ ਕਰਦੀ ਆ, ਠੀਕ ਆ, ਨਜਾਇਜ਼ ਕਬਜ਼ੇ ਛੁੱਟਣੇ ਚਾਹੀਦੇ ਨੇ। ਇਹ ਨੀਤੀ ਆ, ਇਹ ਸ਼ਰਾਰਤ ਆ। ਬਾਈ ਜੀ ਤੁਸੀਂ ਕਹਿੰਦੇ ਹੋ ਇਦਾਂ ਦੀਆਂ ਨੀਤੀਆਂ ਵਰਤੀਆਂ ਜਾਂਦੀਆਂ ਨੇ, ਇਦਾਂ ਦੀਆਂ ਸ਼ਰਾਰਤਾਂ ਵਰਤੀਆਂ ਜਾਂਦੀਆਂ ਨੇ, ਪਰ ਉਹ ਤਾਂ ਇਹ ਵੀ ਕਹਿ ਰਹੇ ਨੇ ਕਿ ਜੇ ਨਾ ਛੱਡੀਆਂ 31 ਮਈ ਤੱਕ ਤਾਂ ਨਵੇਂ ਪੁਰਾਣੇ ਖਰਚੇ ਵੀ ਭਰਾਏ ਜਾਣਗੇ। ਤੁਸੀਂ ਕਹਿੰਦੇ ਹੋ ਬਹੁਤ ਮੁਸ਼ਕਲ ਦੇ ਨਾਲ ਆਵਾਜ਼ ਕੀਤੀਆਂ ਨੇ, ਉਹ ਤਾਂ ਫਿਰ ਵੀ ਖਰਚੇ ਭਰਾਉਣ ਨੂੰ ਤਿਆਰ ਹੋ। ਇੱਕ ਤਾਂ ਤੁਸੀਂ ਆਵਾਜ਼ ਕੀਤੀਆਂ ਕਹਿੰਦੇ ਹੋ, ਉਹ ਕਹਿੰਦੇ ਖਰਚੇ ਭਰਾਵਾਂਗੇ। ਅਸਲ 'ਚ ਇਹ ਜਿਹੜੇ ਸੂਬੇਦਾਰ ਨੇ ਪੰਜਾਬ ਦੇ ਨਵੇਂ ਬਣੇ ਨੇ, ਇਹਨਾਂ ਨੇ ਹੁਣ ਸੂਬੇਦਾਰੀ ਤਾਂ ਦਿੱਲੀ ਤੋਂ ਹੀ ਲਈ ਆ। ਦਿੱਲੀ ਪੰਜਾਬ ਦੇ ਹਮੇਸ਼ਾ ਵਿਰੋਧ 'ਚ ਚੱਲੀ ਆ, ਪੰਜਾਬ ਬਾਗੀ ਹੋ ਕੇ ਚੱਲਿਆ ਆਪਣੇ ਹੱਕਾਂ ਲਈ। ਇਹ ਸੂਬੇਦਾਰੀ 'ਚ ਦਿੱਲੀ ਤੋਂ ਕਦੇ ਵੀ ਬਾਹਰ ਨਹੀਂ ਹੋ ਸਕਦੇ। ਹੁਣ ਦਿੱਲੀ ਦੇ ਅਸੀਂ ਨੱਕ ਰਗੜਾ ਕੇ ਆਏ ਆ 3 ਕਾਲੇ ਕਾਨੂੰਨਾਂ 'ਚ, ਜੋ ਮਰਜ਼ੀ ਹੋਵੇ ਇਹ ਦਿੱਲੀ ਨੀਤੀਆਂ ਘੜੂਗੀ, ਇਹ ਲਾਗੂ ਕਰਨਗੇ। ਸੂਬੇਦਾਰੀ ਇਸੇ ਸ਼ਰਤਾਂ 'ਚ ਮਿਲਦੀ ਆ, ਵੋਟਾਂ ਨਾਲ ਸੂਬੇਦਾਰੀ ਉਹ ਮਿਲ ਸਕਦੀ ਆ, ਰਾਜ ਨਹੀਂ ਮਿਲ ਸਕਦਾ। ਰਾਜ ਦਾ ਆਪਣਾ ਨਿਸ਼ਾਨ ਹੁੰਦਾ ਤੇ ਆਪਣੀ ਨੀਤੀ ਹੁੰਦੀ ਆ। ਸੂਬੇਦਾਰੀ ਲਈ ਆ, ਨੀਤੀ ਤਾਂ ਉਹਨਾਂ ਦੀ ਉਹ ਲਾਗੂ ਕਰਨੀ ਪਊਗੀ। ਫਿਰ ਅਸੀਂ ਨਹੀਂ ਨਾ ਇਹਨਾਂ ਨੂੰ ਦੇਖਦੇ, ਇਹਨਾਂ ਨੂੰ ਆਪਣੀ ਉਸ ਸੂਬੇਦਾਰੀ ਪਿੱਛੇ ਦਿੱਲੀ ਕੰਨੀਓ ਦੇਖਣਾ, ਅਸੀਂ ਸਾਡਾ ਜੋ ਮਰਜ਼ੀ ਹੋਵੇ। ਜੀ ਜੀ, ਹੋਰ ਵੀ ਸਾਡੇ ਨਾਲ ਕਿਸਾਨ ਨੇ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹੇਂਗੇ ਹੋ ਜੀ ਸਰਕਾਰ ਦੀਆਂ ਨੀਤੀਆਂ ਕਿੱਦਾਂ ਦੇਖਦੇ? ਦੇਖੋ ਸਰਕਾਰ ਦੀਆਂ ਨੀਤੀਆਂ ਤਾਂ ਅਸੀਂ ਕਹਿੰਦੇ ਹਾਂ ਵੀ ਜਿਹੜੀਆਂ ਉਹ ਬਣਾ ਰਹੀ ਹੈ ਜਾਂ ਜਿੰਨੀ ਉਹ ਫਿਕਰਬੰਦੀ ਜ਼ਾਹਰ ਕਰ ਰਹੇ ਨੇ, ਕਦੇ ਕਹਿੰਦੇ ਨੇ ਸਿੱਧੀ ਬਿਜਾਈ ਕਰੋ, ਕਦੇ ਪਾਣੀ ਬਚਾਓ। ਮੈਂ ਤਾਂ ਇਹ ਗੱਲ ਕਹਿਣਾ ਵੀ ਜੇ ਇਹਨਾਂ ਨੂੰ ਖੁੱਲ੍ਹਾ ਹੀ ਛੱਡ ਦਿੱਤਾ ਜਾਵੇ ਨਾ, ਇਹ 5 ਸਾਲਾਂ ਦਾ ਇਹਨਾਂ ਦਾ 5 ਸਾਲ ਵਾਸਤੇ ਇਹਨਾਂ ਨੂੰ ਚੁਣਿਆ, ਇਹਨਾਂ ਨੂੰ ਦਿੱਤੇ ਨੇ 92 MLA, ਜੇ ਇਹਨਾਂ ਨੂੰ ਕਿਸਾਨਾਂ ਨੂੰ ਇਹਨਾਂ ਦੇ ਆਪਣੇ ਰਹਿਮੋ ਕਰਮ ਤੇ ਹੀ ਛੱਡ ਦਿੱਤਾ ਜਾਵੇ ਤਾਂ ਇਹ ਆਪਣੇ ਬਚ ਜਾਣਗੇ। ਇਹਨਾਂ ਦੇ ਜਿਹੜੀਆਂ ਬੰਦਸ਼ਾਂ ਲਾਉਂਦੇ ਹੋ ਤੁਸੀਂ, 20 ਤਰੀਕ ਨੂੰ ਪਾਣੀ ਦੇਵਾਂਗੇ ਤੁਹਾਡੀ, ਅਸੀਂ ਆਹ ਕਰਾਂਗੇ, ਇਹ ਕਰਾਂਗੇ, ਤੁਹਾਨੂੰ ਮਤਲਬ ਬਿਜਲੀ ਅਸੀਂ 8 ਘੰਟੇ ਦੇ ਸਕਦੇ ਹਾਂ। ਜੇ ਭਗਵੰਤ ਮਾਨ ਤੋਂ ਕਿਸੇ ਨੂੰ ਆਮ ਲੋਕਾਂ ਨੂੰ ਆਸ ਸੀਗੀ, ਉਹ ਆਸ ਮੁਤਾਬਕ ਹੀ ਇਹ ਇਹਨਾਂ ਨੂੰ ਹਲੇ ਰੱਸੇ ਪਾ ਰਹੇ ਨੇ ਗਲ। ਨੌਜਵਾਨ 70 ਤੋਂ ਉੱਪਰ ਆ ਥੋੜ੍ਹੇ ਜਿਹੇ ਟਾਈਮ ਦੇ ਵਿੱਚ 2 ਮਹੀਨਿਆਂ ਦੇ ਵਿੱਚ ਕਿਸਾਨਾਂ ਨੇ ਜਿਨ੍ਹਾਂ ਦੀ ਉਮਰ 40 ਸਾਲ ਤੋਂ ਘੱਟ ਸੀ, ਉਹ 70 ਦੇ ਲਗਭਗ ਉਹ ਹੋ ਚੁੱਕੇ ਨੇ, ਆਪਣਾ ਆਤਮ ਹੱਤਿਆ ਕਰ ਚੁੱਕੇ ਨੇ। ਪਰ ਇਹ ਤਾਂ ਕਹਿੰਦੇ ਤੇ ਸਾਡੇ ਰਾਜ 'ਚ ਕੋਈ ਗਲਫਾਹਾ ਲੈ ਕੇ ਕਿਸਾਨ ਮਰੂਗਾ ਹੀ ਨਹੀਂ, ਨਾ ਧਰਨੇ ਲੱਗਣਗੇ। ਫਿਰ ਉਹੀ ਕੁਝ ਚੱਲ ਰਿਹਾ, ਵਾਅਦੇ ਤਾਂ ਬੜੇ ਕਰਦੇ ਸੀ। ਬਸ ਗੱਲ ਇਹੀ ਹੈ ਨਾ ਵੀ ਜਿਹੜਾ ਇਹ ਬੋਲਦੇ ਨੇ ਉਹ ਕਰਦੇ ਨਹੀਂ ਹੈਗੇ। ਜਿਵੇਂ ਹੁਣ ਇਹਨਾਂ ਨੂੰ ਨਹੀਂ ਪਤਾ ਹੈਗਾ, ਆ ਬੱਚੇ ਨੂੰ ਕਿਸੇ ਨੂੰ ਪੁੱਛ ਲਓ ਵੀ ਜਿਹੜਾ ਕੁਝ ਬੋਲਦੇ ਨੇ ਕਰਦੇ ਨਹੀਂ। ਫਿਰ ਇਹ ਤਾਂ ਕਹਿੰਦੇ ਨੇ ਜ਼ਮੀਨਾਂ ਛਡਾਵਾਂਗੇ, ਨਹੀਂ ਖਰਚੇ ਭਰਾਵਾਂਗੇ। ਇਹ ਬੋਲ ਹੀ ਰਹੇ ਨੇ, ਇਹ ਛਡਾਉਂਦੇ ਨਹੀਂ ਜੀ। ਕੀ ਲੱਗ 2 ਏਕੜ ਵਾਲਿਆਂ ਨੂੰ ਜਾਂ 1.5 ਏਕੜ ਵਾਲਿਆਂ ਨੂੰ, ਜਿਹੜਾ ਆਪਣਾ ਪਰਿਵਾਰ ਮਜ਼ਦੂਰਾਂ ਵਾਂਗੂ ਥੋੜੀ ਜਿਹੀ ਮਿਹਨਤ ਕਰਕੇ, ਜਿਹਨੇ ਆਪਣੇ ਸਦੀਆਂ ਤੋਂ ਕਈ ਸਾਲਾਂ ਤੋਂ ਉਹਨੂੰ ਆਬਾਦ ਕੀਤਾ ਹੈ, ਆਪਣੇ ਬੱਚੇ ਉਹਨੇ ਅਨਪੜ੍ਹ ਰੱਖ ਲਏ, ਉਸ ਜ਼ਮੀਨ ਨੂੰ ਅੱਜ ਖਾਣ ਵਾਸਤੇ ਉਹ ਆ ਗਿਆ। ਉਹਨੂੰ ਉਹ ਨਹੀਂ ਦੇਖਦੇ ਹੈਗੇ ਜਿਹੜੇ ਦਿਖਾਏ ਇਹਨੇ ਡਰਾਵੇ ਸਾਨੂੰ। ਮਹਾਲੀ ਵਾਲਾ ਜਿਹੜਾ ਉਹ ਇਹਦਾ ਆਪਣਾ ਅਮਰਿੰਦਰ ਸਿੰਘ ਦਾ ਜਾਂ DGP ਸਮੇਧ ਸੈਣੀ ਦਾ ਜਾਂ ਸੰਦੀਪ ਸੰਧੂ ਹੁਣਾਂ ਦੇ ਜਾਂ ਇਹਨਾਂ ਦੇ ਕੌਣ ਬੱਚੇ ਤੋਂ ਨਾਂ ਪੁੱਛ ਲਓ, ਇਹਨਾਂ ਨੇ ਕਿੰਨਾ ਨੇ ਇਹ ਸੁਖਬੀਰ ਬਾਦਲ ਦਾ, ਜਿਹੜੇ ਹੋਰ ਵੱਡੇ ਮਗਰਮੱਛ ਨੇ, ਉਹਨਾਂ ਨੇ ਕਰੋੜਾਂ ਨਹੀਂ ਅਰਬਾਂ ਖਰਬਾਂ ਰੁਪਏ ਦੀ ਜ਼ਮੀਨ ਦੱਬੀ ਹੋਈ ਹੈ। ਛਡਾ ਲੈਣਾ ਉਹਨਾਂ ਤੋਂ। ਇਹ ਪਹਿਲਾਂ ਇਹ ਤਾਂ ਜੀ ਕਹਿੰਦੇ ਪਿੰਡਾਂ 'ਚੋਂ ਛਡਾਉਣੀ ਹੈ, ਇਹ ਤਾਂ ਇਦਾਂ ਦੀ ਤਿਆਰੀਆਂ ਕਰੀ ਬੈਠੇ ਨੇ। ਹੁਣ ਕਹਿੰਦੇ ਆਮ ਲੋਕਾਂ ਨੂੰ ਤੰਗ ਕਰਨਾ ਆਮ ਆਦਮੀ ਪਾਰਟੀ ਦੀ ਸਰਕਾਰ ਆ। ਨਹੀਂ, ਇਹਦੇ ਵਾਸਤੇ ਜਥੇਬੰਦੀਆਂ ਬਿਲਕੁਲ ਇਕਮੁੱਠ ਨੇ, ਚਾਹੇ ਉਹ ਵੱਖ-ਵੱਖ ਜਥੇਬੰਦੀਆਂ ਨੇ, ਪਰ ਸੰਯੁਕਤ ਮੋਰਚੇ ਦੇ ਨਾਲ ਜੁੜੀਆਂ ਹੋਈਆਂ ਨੇ। ਜ਼ਮੀਨ ਤੇ ਪੈਰ ਨਹੀਂ ਰੱਖਣ ਦੇਣਗੀਆਂ। ਇਹ ਸਾਡਾ ਪੁਰਾਣਾ ਹੈ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਅੱਜ ਨਹੀਂ 23 ਦਸੰਬਰ ਨੂੰ ਇਹਦੇ ਨਾਲ ਚੰਨੀ ਨਾਲ ਮੀਟਿੰਗ ਕੀਤੀ ਸੀਗੀ, ਜਿਹੜੀ ਇਹਨਾਂ ਨੇ ਬਦਲ ਕੇ ਉਸੇ ਦਿਨ ਆਬਾਦਕਾਰਾਂ ਦਾ ਮਸਲਾ ਰੱਖਿਆ ਗਿਆ ਸੀਗਾ ਸਾਡੇ ਵੱਲੋਂ। ਤਾਂ ਇਹਨਾਂ ਨੇ ਚੀਫ ਸੈਕਟਰੀ ਨੂੰ 27 ਦਸੰਬਰ ਨੂੰ ਫਿਰ ਦੁਬਾਰਾ
ਬੁਲਾ ਲਿਆ ਸੀ ਚੰਨੀ ਹੁਣਾਂ ਨੇ, ਉਸ ਤੋਂ ਬਾਅਦ ਕੋਡ ਲੱਗ ਗਿਆ, ਉਹ ਰਹਿ ਗਿਆ। ਪਰ ਮਸਲਾ ਉਹੀ ਅਸੀਂ ਰੱਖਦੇ ਰਵਾਂਗੇ ਤੇ ਇਹਨਾਂ ਨੂੰ ਇਹ ਮਨਾ ਕੇ ਹਟਾਂਗੇ। ਆਬਾਦ ਕਰ ਜਿਨ੍ਹਾਂ ਨੇ ਆਪਣੇ ਘਰ ਬਣਾਏ ਨੇ, ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਉੱਥੇ ਲਾਈਆਂ, ਨਾ ਉਹ ਘਰ ਢਾਉਣ ਦੇਵਾਂਗੇ, ਨਾ ਉਹ ਜ਼ਮੀਨਾਂ ਖਾਲੀ ਕਰਾਉਣ ਦੇਵਾਂਗੇ। ਹਾਂ, ਮਗਰਮੱਛਾਂ ਨੂੰ ਸਾਨੂੰ ਕੋਈ ਇਤਰਾਜ਼ ਨਹੀਂ, ਮਗਰਮੱਛ ਇਹਨਾਂ ਦੇ ਆਪਣੇ ਨੇ, ਇਹਨਾਂ ਦੇ ਰਿਸ਼ਤੇਦਾਰ ਨੇ, ਇਹਨਾਂ ਦੇ ਹੋ ਸਕਦੇ ਨੇ, ਉਹਨਾਂ ਤੋਂ ਛਡਾਉਣ, ਅਸੀਂ ਉਹਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਾਂਗੇ। ਜਿਹੜੇ ਲੋਕ ਸੋਸ਼ਲ ਮੀਡੀਆ ਤੇ ਵੀਡੀਓ ਆ ਰਹੀ ਆ, ਉਸਤੌਜ ਪਿੰਡ ਤੋਂ ਵੀ ਕਾਫੀ ਵੀਡੀਓਜ਼ ਵਾਇਰਲ ਹੋ ਰਹੀਆਂ ਨੇ, ਜਿਹੜੇ ਛੱਡ ਰਹੇ ਨੇ ਉਹ ਕੌਣ ਨੇ ਜੀ? ਫਿਰ ਉਹ ਲੋਕ ਉਹ ਇਹਨਾਂ ਦੀ ਕੌਲੀ ਚੱਟ ਹੁੰਦੇ ਨੇ ਜੀ। ਉਹ ਸਾਡੇ ਵਾਲਿਆਂ ਨੂੰ ਤਾਂ ਪਤਾ, ਉਹਨਾਂ ਨੇ ਤਾਂ ਹੱਡੀ ਆਪਣੇ ਮਿਹਨਤ ਕਰਕੇ ਵੇਖੀ ਹੁੰਦੀ ਆ ਵੀ ਕਿਵੇਂ ਇਹ ਜ਼ਮੀਨਾਂ ਬਣਾਈਆਂ ਨੇ, ਕਿਵੇਂ ਮਿੱਟੀ ਨਾਲ ਮਿੱਟੀ ਹੋ ਕੇ, ਕਿਵੇਂ ਮਿੱਟੀ ਦੇ ਵਿੱਚ ਉਹਨਾਂ ਨੇ ਆਪਣੀਆਂ ਪੀੜ੍ਹੀਆਂ ਖਤਮ ਕਰ ਲੀਆਂ। ਉਹ ਨਹੀਂ ਬੋਲਣਗੇ, ਉਹ ਜਿਹੜੇ ਇਹਨਾਂ ਦੇ ਕੌਲੀ ਚੱਟ ਛੱਡੇ ਹੁੰਦੇ ਨਾ ਜਿਹੜੇ ਜ਼ਮੀਨੀ ਹਕੀਕਤ। ਜ਼ਮੀਨਾਂ 'ਚ ਕੋਈ ਬਈ ਇਹ ਜਿੱਦਾਂ ਦੇਹ ਹੋ ਗਈ, ਉਹ ਜਾਂ ਸਾਮਲਾਟ ਪੱਕੀ ਸਾਮਲਾਟ ਦੱਬੀ ਵੀ ਆ, ਇਹ ਦੇਹ ਕਹਿੰਦੇ ਨੇ ਕਿ ਇਹ ਤਾਂ 33 ਤੋਂ ਪਹਿਲਾਂ ਦੇ ਕਬਜ਼ੇ ਨੇ ਜੀ, ਜਾਂ ਉਹ ਪੁਰਾਣੀ ਹੋਵੇ, ਇਦਾਂ ਦਾ ਵੀ ਕੁਝ ਹੋਊਗਾ ਚੱਕਰ? ਨਹੀਂ, ਜਿਹੜੇ ਤਾਂ ਜਦੋਂ ਇਹ ਕਾਨੂੰਨ ਹੀ ਨਹੀਂ ਸੀ ਬਣਿਆ 50 ਤੋਂ ਪਹਿਲਾਂ ਦਾ, ਉਦੋਂ ਤੋਂ ਪਹਿਲਾਂ ਵੀ ਇਹਨਾਂ ਨੇ ਜਿਵੇਂ ਦੱਸ ਕੇ ਗਏ ਨੇ ਸਾਡੇ ਬਜ਼ੁਰਗ ਵੀ ਇਹਨਾਂ ਨੇ ਜੇ ਕੋਈ ਇੱਕ ਬਣਾਉਣੀ ਹੁੰਦੀ ਸੀ ਨਾ, ਜਿਹੜੀ ਧਰਮਸ਼ਾਲਾ ਵੀ ਬਣਾਉਣੀ ਹੁੰਦੀ ਸੀ, ਤਾਂ ਵੀ ਇਹ ਜ਼ਮੀਨਾਂ ਦੇ ਮਾਲਕਾਂ ਨੂੰ ਕਹਿ ਦਿੰਦੇ ਹੁੰਦੇ ਸੀ ਸਾਨੂੰ 75 ਰੁਪਏ ਦੇ ਦਿਓ ਤੇ ਇਹ ਜ਼ਮੀਨ ਨੂੰ ਪੱਧਰ ਕਰਕੇ ਤੁਹਾਨੂੰ ਦਿੱਤੀ। ਗਹਿਣੇ ਦੀਆਂ ਰਜਿਸਟਰੀਆਂ ਕਰਾਈਆਂ ਹੋਈਆਂ ਨੇ, ਜਿਨ੍ਹਾਂ ਨੂੰ ਸੁਪਰੀਮ ਕੋਰਟ ਹਾਈ ਕੋਰਟ 'ਚ ਚੈਲੰਜ ਕੀਤਾ ਹੋਇਆ, ਉਹਨਾਂ ਤੇ ਸਟੇਆਂ ਹੋਈਆਂ ਨੇ। ਉਹ ਤਾਂ ਹੀ ਹੋਈਆਂ ਨੇ ਨਾ ਵੀ ਉਦੋਂ ਇਹ ਮਾਲਕ ਨਹੀਂ ਸੀ ਹੁੰਦੇ। ਫਿਰ ਇਹ ਕਿਵੇਂ ਹੌਲੀ ਹੌਲੀ ਇਹ ਚੋਰ ਮੋਰੀਆਂ ਰਾਹੀਂ ਪੰਚਾਇਤ ਨੂੰ ਮਾਲਕ ਬਣਾ ਕੇ, ਪੰਚਾਇਤਾਂ ਦੇ ਥਰੂ ਫਿਰ ਉਹ ਕਰੋੜਾਂ ਅਰਬਾਂ ਰੁਪਏ ਦੀ ਉਹ ਮੋਹਾਲੀ ਦੇ ਲਾਗੇ ਜਾਂ ਬਾਰਡਰ ਏਰੀਆ ਰੋਪੜ ਦੇ ਨਾਲ ਉਹ ਕਿਵੇਂ ਦੱਬੀ ਹੈ, ਉਹ ਵੀ ਸਾਰਿਆਂ ਨੂੰ ਪਤਾ ਵੀ ਉਹ ਕਿਵੇਂ ਉਹਨਾਂ ਦੇ ਗਲ ਗੁੱਠਾ ਦੇ ਕੇ ਸਰਪੰਚਾਂ ਨੂੰ ਫਿਰ ਉਹਨਾਂ ਤੋਂ ਖੋਹ ਕੇ ਤੇ ਇਹਨਾਂ ਨੇ ਆਪਣੇ ਚਹੇਤਿਆਂ ਨੂੰ ਦਿੱਤੀ ਹੈ। ਹੋਰ ਵੀ ਸਾਡੇ ਨਾਲ ਕਿਸਾਨ ਨੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਰ ਇਹ ਦੇਖ ਰਿਹਾ ਵੀ ਮੈਂ ਇਸ ਪਿੰਡ ਦੇ ਵਿੱਚ 1933 ਤੋਂ ਪਹਿਲਾਂ ਦਾ ਦੇਖਿਆ ਰਿਕਾਰਡ, ਜਿਹੜਾ ਕਿਸਾਨਾਂ ਦੇ ਨਾਂ ਹੈ ਜੀ। ਤੁਸੀਂ ਰਿਕਾਰਡ ਦੇਖਿਆ ਜੀ? ਮੈਂ ਦੇਖਿਆ ਸਰ, ਉਹ ਆਪਣੇ ਜਿਹੜੇ ਕੇਸ ਨੇ ਉਹਨਾਂ ਦੇ ਨਾਲ ਲੱਗਿਆ। 1950 ਤੋਂ ਵੀ ਜਿਹੜੇ ਕਿਸਾਨ ਪਹਿਲਾਂ ਪੰਜਾਬ ਦੇ ਵਿੱਚ ਜ਼ਮੀਨਾਂ ਤੇ ਕਾਬਜ਼ ਨੇ, ਕਾਨੂੰਨ ਕਹਿੰਦਾ ਵੀ ਉਹਨਾਂ ਦੀ ਜ਼ਮੀਨ ਨੂੰ ਵੀ ਹੱਥ ਨਹੀਂ ਪਾਇਆ ਜਾ ਸਕਦਾ। ਮੈਂ ਜਦੋਂ ਛੋਟਾ ਹੁੰਦਾ ਸੀ, ਮੈਂ ਦੇਖਦਾ ਇੱਥੇ ਖੂਹਾਂ ਨਾਲ ਖੇਤੀ ਹੁੰਦੀ ਸੀ, ਬਹੁਤ ਥੋੜੇ ਰਕਬੇ ਤੇ ਮੈਂ ਜਦੋਂ ਛੋਟਾ ਸੀ, ਮੈਂ ਸਭ ਤੋਂ ਪਹਿਲਾਂ ਇੱਥੇ ਕਲਰ ਕੇਸ ਕਰਾਇਆ ਤੇ ਸਭ ਤੋਂ ਪਹਿਲਾਂ ਇਸ ਇਲਾਕੇ ਦੇ ਵਿੱਚ ਮੋਟਰ ਲਾਈ ਜੀ। ਤੇ ਉਦੋਂ ਸਾਡੀ ਜਿਹੜੀ ਜੀਰੀ ਸੀ, ਕਣਕ ਸੀ, ਸਿਰਫ 8-8 ਕੁਇੰਟਲ ਨਿਕਲਦੀ ਹੁੰਦੀ ਸੀ। ਮਤਲਬ ਬਹੁਤ ਹੀ ਮਿਹਨਤ ਕਰਕੇ ਪੁਰਾਣੇ ਬਜ਼ੁਰਗਾਂ ਨੇ ਪੰਜਾਬ ਦੇ ਇਸ ਤਰ੍ਹਾਂ ਜ਼ਮੀਨਾਂ ਨੇ। ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਸੈਂਕੜੇ ਪਿੰਡ ਨੇ ਜਿਨ੍ਹਾਂ ਦੀ ਜਿਹੜੀ ਸਾਰੀ ਜ਼ਮੀਨ ਆ, ਪ੍ਰਾਪਰਟੀ ਆ, ਉਹ ਇਸ ਤਰ੍ਹਾਂ ਸ਼ਾਮਲਾਟ ਟਾਈਪ ਹੀ ਹੈਗੀ ਆ। ਸ਼ਾਮਲਾਟ ਕਿੱਦਾਂ ਹੋ ਗਈ ਜੀ? ਇਹਨੂੰ ਦੇਹ ਕਿਹਾ ਜਾਂਦਾ ਜੀ, ਇਹ ਕੀ ਕਾਰਨ ਕੀ ਹੈ? ਇਹਦੇ ਬਾਰੇ ਸਮਝਾਓ ਥੋੜਾ। ਇਹ ਸਰ ਜਿਹੜੀਆਂ ਜ਼ਮੀਨਾਂ ਅਸੀਂ ਛੱਡ ਲੈਂਦੇ ਇਸ ਪਿੰਡ ਦੇ ਵਿੱਚ, ਕਿਉਂ ਛੱਡੀਆਂ ਜਾਂਦੀਆਂ? ਸਾਡੇ ਕੋਲੋਂ ਟੈਕਸ ਨਹੀਂ ਪੇ ਹੁੰਦਾ ਸੀ ਬਜ਼ੁਰਗਾਂ ਕੋਲੋਂ, ਖੇਤੀ ਤਾਂ ਹੁੰਦੀ ਨਹੀਂ ਹੁੰਦਾ ਸੀ। ਮੈਂ ਜਦੋਂ ਛੋਟਾ ਹੁੰਦਾ ਸੀ, ਸਾਡੀ ਕਣਕ ਬਹੁਤ ਥੋੜੀ ਨਿਕਲਦੀ ਹੁੰਦੀ ਸੀ। ਟੈਕਸ ਜਿਹੜਾ ਲਗਾਨ ਕਿਹਾ ਜਾਂਦਾ ਸੀਗਾ ਜੀ, ਬਈ ਲਗਾਨ ਨਹੀਂ ਸੀ ਦਿੱਤਾ ਜਾਂਦਾ ਕਿਸਾਨਾਂ ਜੀ ਨੂੰ? ਸਰ, ਬਿਲਕੁਲ ਇੱਕ ਕਲਰ ਹੁੰਦਾ ਸੀ ਤੇ ਪਿਓਰ ਕਲਰ ਹੁੰਦਾ ਸੀ ਤੇ ਬਿਲਕੁਲ ਕੋਈ ਫਸਲ ਹੀ ਨਹੀਂ ਹੁੰਦੀ ਸੀਗੀ। ਤੇ ਹੌਲੀ ਹੌਲੀ ਕਰਕੇ ਜਿਹੜੀ ਕਿਸਾਨਾਂ ਨੇ ਜ਼ਮੀਨ ਚਾਲੂ ਕਰੀ ਆ। 1933 ਦੇ ਵਿੱਚ ਤਾਂ ਮੁਲਕ ਨਹੀਂ ਆਜ਼ਾਦ ਹੋਇਆ ਸੀ, ਇਹ ਜ਼ਮੀਨ ਕਿਸੇ ਤੋਂ ਖੋਈ ਨਹੀਂ, ਆਪਣੀ ਜ਼ਮੀਨ ਹੈ ਜੀ। ਜੇ ਕੋਈ ਖੇਤੀ ਕਰਦਾ ਸੀਗਾ ਜੀ ਤਾਂ ਉਹਨੂੰ ਲਗਾਨ ਦੇਣਾ ਪੈਂਦਾ ਸੀ? ਲਗਾਨ ਦੇਣਾ ਪੈਂਦਾ ਸੀ। ਪੁਰਾਣੇ ਸਮੇਂ ਦੇ ਵਿੱਚ ਬਹੁਤ ਸਾਰੇ ਪਿੰਡ ਨੇ ਜਿਹੜੇ ਲਗਾਨ ਨਹੀਂ ਦੇ ਸਕਦੇ ਸੀ। ਕਪੂਰਗੜ੍ਹ ਪਿੰਡ ਆ ਪੰਜਾਬ ਦੇ ਵਿੱਚ, ਉੱਥੇ ਸਾਰੇ ਪਿੰਡ ਦੀ ਜ਼ਮੀਨ ਇਸ ਤਰ੍ਹਾਂ ਜਿਵੇਂ ਆਪਣੀ ਆ ਇੱਕਣ। ਪੰਜਾਬ ਦੇ ਵਿੱਚ ਬਹੁਤ ਸਾਰੇ ਪਿੰਡਾਂ ਨੇ ਜ਼ਮੀਨ ਨੂੰ ਵੰਡ ਕੇ ਆਪਣੇ ਨਾਂ ਕਰਵਾ ਕੇ ਪੱਤੀਦਾਰ, ਪੀੜੀ ਕਹਿ ਲਓ, ਠੁੱਲਾ ਕਹਿ ਲਓ, ਬੜੇ ਸਿਸਟਮ ਹੈ ਜਿਹਦੇ ਅੱਡ ਨਾਂ ਨੇ। ਤੇ ਹੌਲੀ ਹੌਲੀ ਜ਼ਮੀਨਾਂ ਲੋਕਾਂ ਨੇ ਜਦੋਂ ਫਸਲ ਹੋਣ ਲੱਗੀ ਤੇ ਬਾਅਦ ਕਰ ਲਈਆਂ। ਆਪਣੀ ਜ਼ਮੀਨ ਹੈ। ਜਿਹੜੀਆਂ ਜ਼ਮੀਨਾਂ ਸ਼ਾਮਲਾਤ ਨੇ ਉਹਨਾਂ ਦੀ ਬੋਲੀ ਹੁੰਦੀ ਹੈ ਸਰਕਾਰ ਦੀ, ਉਹਦੇ 'ਚੋਂ ਸਰਕਾਰ ਕੋਲ ਪੈਸੇ ਜਾਂਦੇ ਨੇ। ਉਹ ਵੀ ਸਿਸਟਮ ਬੜਾ ਮਾੜਾ। ਉਹ ਪਿੰਡ ਦੇ ਸਰਪੰਚਾਂ ਨੂੰ, ਪਿੰਡ ਦੇ ਲੋਕਾਂ ਨੂੰ ਅਧਿਕਾਰ ਚਾਹੀਦਾ ਪੈਸਾ ਵਰਤਣ ਦਾ। ਉਹਦੇ 'ਚੋਂ ਵੀਡੀਓ ਤਨਖਾਹ ਲੈਂਦਾ ਹੈ, ਸੈਕਟਰੀ ਤਨਖਾਹ ਲੈਂਦਾ ਹੈ ਤੇ ਅਫਸਰਸ਼ਾਹੀ ਖਾਂਦੀ ਹੈ, ਲੀਡਰ ਖਾਂਦੇ ਨੇ। ਇਹ ਬੜਾ ਪੰਗਾ ਖੜਾ ਹੋਇਆ ਹੈ ਜੀ। ਤੇ ਕੀ ਕਹਾਂਗੇ ਜੀ, ਸਰਕਾਰ ਨੂੰ ਕਿੱਦਾਂ ਦੀ ਨੀਤੀ ਬਣਾਉਣੀ ਚਾਹੀਦੀ ਆ ਕਿ ਕਿਸਾਨਾਂ ਨੂੰ ਸੜਕਾਂ ਤੇ ਨਾ ਆਉਣਾ ਪਵੇ, ਆਪਣੇ ਹੱਕ ਲੈਣ ਦੇ ਲਈ ਧੁੱਪਾਂ ਦੇ ਵਿੱਚ ਰੋਲਣਾ ਨਾ ਪਵੇ? ਕੜਾਕੇ ਦੀ ਧੁੱਪ ਆ, ਇੱਥੇ ਸਾਰੇ ਖੜੇ ਆ, ਪਸੀਨੋ ਪਸੀਨੀ ਹੋਏ ਪਏ ਆ ਜੀ। ਕੀ ਕਹਾਂਗੇ, ਕੀ ਅਪੀਲ ਕਰਾਂਗੇ ਹੋ ਤੁਸੀਂ? ਮੈਂ ਸਰਕਾਰ ਨੂੰ ਇਹੀ ਅਪੀਲ ਕਰੂੰਗਾ ਵੀ ਕਿਰਪਾ ਕਰਕੇ ਸਾਰੀਆਂ ਜਿਹੜੀਆਂ ਇਹ ਜ਼ਮੀਨਾਂ ਨੇ 1933 ਜਾਂ 1950 ਤੋਂ ਪਹਿਲਾਂ ਨੇ ਕਿਸਾਨਾਂ ਦੇ ਨਾਂ ਕਰ ਦਿਓ। ਪੰਜਾਬ ਦੇ ਹਾਲਾਤ ਕਿਤੇ ਮਾੜੇ ਨਾ ਹੋ ਜਾਣ। ਅੱਜ ਕੱਲ੍ਹ ਦੇਖੋ ਲੰਕਾ ਦੇ ਵਿੱਚ ਅੱਗਾਂ ਲੱਗੀਆਂ ਨੇ, ਬੜੇ ਮੁਲਕ ਦੇ ਹਾਲਾਤ ਨੇ। ਪੰਜਾਬ ਦੇ ਹਾਲਾਤ ਵੀ ਨੇ ਜਿਹੜੇ ਬਹੁਤ ਆਉਣ ਵਾਲੇ ਦਿਨਾਂ 'ਚ ਖਰਾਬ ਹੋ ਜਾਣਗੇ। ਸਾਡੇ ਬੱਚੇ ਨੇ ਜਿਹੜੇ, ਉਹ ਤਾਂ ਪਹਿਲਾਂ ਹੀ ਇੱਥੇ ਖੇਤੀ ਕਰਕੇ ਰਾਜੀ ਨਹੀਂ। ਸਾਰਾ ਪੰਜਾਬ ਖਾਲੀ ਹੋਇਆ, ਸਿਰਫ ਬਜ਼ੁਰਗ ਥੋੜੀ ਖੇਤੀ ਕਰਦੇ ਨੇ। ਕਰੋਨਾ ਆਇਆ, ਕਰੋਨਾ ਦੇ ਸਭ ਤੋਂ ਵੱਡਾ ਜੇ ਰੋਲ ਹੈ ਤਾਂ ਐਗਰੀਕਲਚਰ ਦਾ, ਖੇਤੀਬਾੜੀ ਦਾ। ਲੋਕਾਂ ਨੂੰ ਖਾਣ ਲਈ ਮਿਲੂਗਾ। ਸਾਰੇ ਵਿਸ਼ਵ ਦੇ ਭੁੱਖਮਰੀ ਹੋ ਰਹੀ ਹੈ। ਸਰਕਾਰ ਨੂੰ ਇਦਾਂ ਦੇ ਪੁੱਠੇ ਕੰਮ ਨਹੀਂ ਕਰਨੇ ਚਾਹੀਦੇ। ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ, ਧੱਕਾ ਨਹੀਂ ਕਰਨਾ ਚਾਹੀਦਾ ਜੀ। ਨਾਮ ਕੀ ਹੈ ਜੀ? ਮੇਰਾ ਨਾਮ ਬਲਵੀਰ ਸਿੰਘ ਹੈ ਜੀ। ਬਲਵੀਰ ਸਿੰਘ ਜੀ, ਜੜੀਆ ਫਾਰਮ ਹੈ ਜੀ ਆਪਣਾ? ਜੀ ਸਰ, ਮੇਰਾ ਨਾਮ ਬਲਵੀਰ ਸਿੰਘ ਹੈ ਜੀ। ਹਾਂਜੀ, ਹਰਿੰਦਰ ਸਿੰਘ ਜੀ, ਕੀ ਲੱਗ ਰਿਹਾ ਨੀਤੀਆਂ ਦੇਖ ਕੇ ਸਰਕਾਰ ਦੀਆਂ? ਕਿਉਂਕਿ ਵੀਡੀਓ ਵੀ ਬੜੀ ਲੰਬੀ ਹੋ ਗਈ ਆ, ਥੋੜਾ ਸ਼ਾਰਟ 'ਚ ਦੱਸ ਦਿਓ। ਨਹੀਂ, ਦੇਖੋ ਇੱਕ ਗੱਲ ਤੈਅ ਹੋ ਚੁੱਕੀ ਆ ਵੀ ਜਿਹੜਾ ਕਾਰਪੋਰੇਟ ਘਰਾਣੇ ਨੇ ਨੀਤੀਆਂ ਬਣਾਉਂਦੇ ਨੇ, ਜਿਨ੍ਹਾਂ ਨੂੰ ਸਾਡੇ ਲੋਕ ਚੁਣਦੇ ਨੇ,
ਉਹ ਲਾਗੂ ਕਰਦੇ ਨੇ। ਇਹ ਗੱਲ ਅੱਜ ਪੂਰੀ ਤਰੀਕੇ ਨਾਲ ਸਾਬਤ ਹੋ ਗਈ ਵੀ ਕਾਰਪੋਰੇਟ ਘਰਾਣਿਆਂ ਦੀ ਇਹ ਮਦਦ ਕਰਦੇ ਨੇ, ਕਾਰਪੋਰੇਟ ਘਰਾਣਿਆਂ ਵਾਸਤੇ ਕਾਨੂੰਨ ਬਣਦੇ ਨੇ, ਕਾਰਪੋਰੇਟ ਘਰਾਣਿਆਂ ਵਾਸਤੇ ਨੀਤੀਆਂ ਬਣਦੀਆਂ ਨੇ। ਇਹ ਤਾਂ ਕਹਿੰਦੇ ਅਸੀਂ ਆਮ ਲੋਕਾਂ ਲਈ ਆਏ ਆ। ਨਹੀਂ, ਇਹ ਕਹਿਣ ਦੀਆਂ ਗੱਲਾਂ ਨੇ ਵੀ ਆਮ ਆਦਮੀ ਪਾਰਟੀ, ਇਹ ਕੋਈ ਆਮ ਆਦਮੀ ਪਾਰਟੀ ਨਹੀਂ। ਹਾਲਾਤ ਉੱਥੇ ਹੀ ਖੜੇ ਨੇ ਜਿੱਥੇ ਪਹਿਲਾਂ ਲੋਕਾਂ ਨੂੰ 70 ਸਾਲ ਬਾਅਦ ਲੋਕਾਂ ਨੇ ਕਿਹਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈਏ, ਪਰ ਅੱਜ ਜਿਹੜੇ ਲੋਕਾਂ ਨੇ ਚੁਣੇ ਉਹਨਾਂ ਨੂੰ ਬਹੁਤ ਤਕੜੀ ਨਿਰਾਸ਼ਾ ਮਿਲੀ ਆ। ਉਹ ਜੋ 70 ਸਾਲ 'ਚ ਹੋ ਰਿਹਾ ਤਾਂ ਉਹ ਇਹ 5 ਸਾਲਾਂ 'ਚ ਵੀ ਉਹੀ ਕਮੈਂਟ ਬਾਈ ਜੀ, ਵੀਡੀਓ ਪਰਸੋਂ ਵੀ ਆਪਾਂ ਕੀਤੀ ਆ, ਚਲਾਈ ਆ, ਵਿੱਚ ਬਹੁਤ ਸਹਿਮਤ ਵੀ ਨੇ ਬਹੁਤ ਲੋਕ। ਉਹਨਾਂ ਨੂੰ ਕੀ ਕहेंगे? ਉਹ ਕੌਣ ਨੇ ਜਿਹੜੇ ਲੋਕ ਕਹਿ ਰਹੇ ਨੇ ਕਿ ਸਹੀ ਕਰ ਰਹੀ ਆ ਸਰਕਾਰ? ਨਹੀਂ, ਇਹ ਇਹਨਾਂ ਨੇ ਨਾ ਜਦੋਂ ਇਹ ਗੱਲ ਤੇ ਬਿਆਨ ਦਿੱਤੇ ਨੇ ਭਗਵੰਤ ਮਾਨ ਨੇ ਜਾਂ ਆਮ ਆਦਮੀ ਪਾਰਟੀ ਸਰਕਾਰ ਨੇ ਵੀ ਅਸੀਂ ਜਿਹੜੇ ਧੱਕੇ ਨਜਾਇਜ਼ ਕਬਜ਼ੇ ਨੇ ਉਹ ਛਡਾਵਾਂਗੇ, ਵੀ ਅਸੀਂ ਜਿਹਦੇ ਕੋਲ 100 ਕਿੱਲਾ ਜਾਂ 90 ਕਿੱਲੇ ਨੇ ਜਾਂ ਕੋਈ 150 ਕਿੱਲਾ 200 ਕਿੱਲਾ ਜਾਂ ਸਿਸਮਾ ਫਾਰਮ ਵਰਗੇ ਜਾਂ ਇੱਥੇ ਜ਼ਮੀਨਾਂ ਜਿਹੜੀਆਂ ਰੋਕੀਆਂ ਹੋਈਆਂ ਨੇ ਉਹਨਾਂ ਨੂੰ ਛਡਾਵਾਂਗੇ, ਉਹ ਗੱਲ ਸਾਡੇ ਤੋਂ ਲੁਕੋ ਲਈ ਗਈ। ਉਹ ਲੋਕਾਂ ਦੇ ਸਾਹਮਣੇ ਹੀ ਨਹੀਂ ਆਈ। ਪਰ ਇੱਥੇ ਪਿੰਡ ਦੇ ਵਿੱਚ ਵੀ ਦੇਖਿਆ ਜਾਂ ਹੋਰ ਪਿੰਡਾਂ ਦੇ ਵਿੱਚ ਕੋਈ ਕਿੱਲੇ ਵਾਲਾ, ਕੋਈ 1.5 ਕਿੱਲੇ ਵਾਲਾ, 2 ਕਿੱਲੇ ਵਾਲਾ, ਕੋਈ 2.5 ਕਿੱਲੇ ਵਾਲਾ, ਜੇ ਕਿਸੇ ਪਿੰਡ ਦੇ ਵਿੱਚ 20 ਕਿੱਲੇ ਨੇ, ਘੱਟੋ ਘੱਟ ਉੱਥੇ 10 ਤੋਂ 12 ਕਿਸਾਨ ਉਹਨੂੰ ਵੰਡ ਕੇ ਵਾਹੀ ਵੀ ਜ਼ਮੀਨ ਆ। ਉਹ ਲਗਭਗ 1947 ਤੋਂ ਪਹਿਲਾਂ ਉਹ ਵਾਹੀ ਕਰ ਰਹੇ ਨੇ। ਉਹਨਾਂ ਨੇ ਸਮਾਰੀਆਂ ਨੇ, ਪੱਧਰ ਕਰੀਆਂ ਨੇ, ਟਿੱਬੇ ਤੇ ਉੱਚੇ ਉੱਚੇ ਜੰਗਲ ਤੇ। ਇਹ ਤਾਂ ਇੱਕ ਲੋਕਾਂ ਤੋਂ ਗੱਲੇ ਲੁਕੋ ਲਈ ਗਈ ਆ ਵੀ ਅਸੀਂ ਇੱਕ ਬੜੇ ਪੱਧਰ ਤੋਂ ਜ਼ਮੀਨ ਛਡਾ ਰਹੇ ਹਾਂ, ਪਰ ਨਹੀਂ। ਇਹ ਤਾਂ ਜਿਹੜੇ ਛੋਟੇ ਕਿਸਾਨ ਨੇ, ਜਿਹੜੇ ਗਰੀਬ ਕਿਸਾਨ ਨੇ, ਉਹ ਵਾਹੀਯੋਗ ਜ਼ਮੀਨ ਆ ਜਿਹੜੀ ਉਹਨਾਂ ਦੀ ਉਹ ਛੜਾਈ ਜਾ ਰਹੀ ਆ। ਉਹ ਬੜਿਆਂ ਦਾ ਘਰ, ਜਿਹੜੇ ਬੜੇ ਨੇ ਫੇਰ ਕਾਰਪੋਰੇਟ ਘਰਾਣੇ ਜਾਂ ਬੜੇ ਕੜਮ ਚੌਧਰੀ ਨੇ ਇਹਨਾਂ ਦੀਆਂ ਪਾਰਟੀਆਂ ਦੇ, ਚਾਹੇ ਉਹ ਪਿਛਲੀਆਂ 'ਚ ਇਹ ਆਪਸ 'ਚ ਵੀ ਏਕਾ ਰੱਖਦੇ ਨੇ, ਉਹਨਾਂ ਤੋਂ ਛਡਾਉਣ। ਉਹ ਬਈ ਬੜੀ ਪਈ ਆ 100 ਕਿੱਲਾ 150 ਕਿੱਲਾ, ਬੜੇ ਐਮਐਲਏ ਨੇ, ਮੰਤਰੀ ਨੇ, ਉਹਨਾਂ ਤੋਂ ਛਡਾ ਲੈਣ, ਕੋਈ ਗੱਲ ਨਹੀਂ। ਬਾਈ ਸਰਕਾਰ ਧੱਕਾ ਕਰਦੀ ਆ, ਅੱਗੇ ਕੀ ਸਟੈਪ ਹੋਊਗਾ ਜਥੇਬੰਦੀਆਂ ਦਾ? ਨਹੀਂ ਦੇਖੋ, ਜੇ ਸਰਕਾਰ ਧੱਕਾ ਕਰਦੀ ਆ, ਅਸੀਂ ਜਾਨ ਦੀ ਪਰਵਾਹ ਕਰੇ ਬਗੈਰ ਇਹ ਜ਼ਮੀਨਾਂ ਨੂੰ ਕਬਜ਼ਾ ਨਹੀਂ ਦੇਣ ਦੇਵਾਂਗੇ। ਜੀ ਧੰਨਵਾਦ ਜੀ। ਹਾਂਜੀ ਸਰ, ਇਹ ਮੈਂ ਦੇਖਿਆ ਕਮੈਂਟਾਂ ਦੇ ਵਿੱਚ ਬਹੁਤ ਸਾਰੇ ਸੱਜਣਾਂ ਨੇ ਲਿਖਿਆ ਵੀ ਇਕੱਲੇ ਕਿਸਾਨਾਂ ਦੀ ਜ਼ਮੀਨ ਹੈ। ਨਹੀਂ, ਇਕੱਲੇ ਕਿਸਾਨਾਂ ਦੀ ਜ਼ਮੀਨ, ਇਸ ਪਿੰਡ ਦੇ ਵਿੱਚ ਹਰ ਇੱਕ ਬਰਾਦਰੀ ਨੂੰ ਜ਼ਮੀਨ ਦਿੱਤੀ ਗਈ ਹੈ। ਅੱਜ 2-2 2.5 ਵਿਗੇ ਵਾਲੇ ਇੱਥੇ ਗਰੀਬ ਲੋਕ ਨੇ। ਇੱਕ ਇੱਥੇ ਕਿਸਾਨ ਹੈ ਜਿਹੜਾ ਗਰੀਬ ਹੈ ਵਿਚਾਰਾ, ਉਹਦੇ ਕੋਲ 1 ਏਕੜ ਜ਼ਮੀਨ ਆ, ਉਹ ਹਵਾ ਦੇ ਵਿੱਚ ਚਲਾ ਗਿਆ। ਮਤਲਬ ਬਹੁਤ ਜ਼ਿਆਦਾ ਦਿਮਾਗ ਤੇ ਟੈਨਸ਼ਨ ਹੈ, ਬੇਹੋਸ਼ੀ ਦੀ ਹਾਲਤ ਦੇ ਵਿੱਚ ਹੈ। ਸਾਰੀਆਂ ਕੌਮਾਂ ਨੂੰ ਇਹ ਜ਼ਮੀਨ ਦਿੱਤੀ ਗਈ ਹੈ। ਜਦੋਂ ਪਿੰਡ ਵਸਦਾ ਸੀ ਤਾਂ ਸਾਰਿਆਂ ਨੂੰ ਥੋੜ੍ਹੀ ਥੋੜ੍ਹੀ ਜ਼ਮੀਨ ਦੇ ਦਿੰਦੇ ਸੀ ਜੀ। ਤੇ ਹਰ ਇੱਕ ਬਰਾਦਰੀ ਕੋਲ ਜ਼ਮੀਨ, ਹਰ ਇੱਕ ਬਰਾਦਰੀ ਕੋਲ ਜ਼ਮੀਨ ਹੈ ਯਾਰ। ਉਹ ਸਾਰੇ ਅੱਜ ਸਹਿਮਤ ਨੇ ਜੀ ਇੱਥੇ? ਹਾਂ ਜੀ 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 ਜੀ। ਸੋ ਤੁਸੀਂ ਦੇਖਿਆ, ਇਹਨਾਂ ਦਾ ਕਹਿਣਾ ਹੈ ਕਿ ਹਰ ਇੱਕ ਬਰਾਦਰੀ ਕੋਲ ਜ਼ਮੀਨ ਆ, ਸਾਰਿਆਂ ਦੀ ਜ਼ਮੀਨ ਆ। ਇਹ ਜਿਹੜੀਆਂ ਜ਼ਮੀਨਾਂ ਨੂੰ ਵਾਹੁਣ ਦੇ ਲਈ ਕਦੇ ਟਰੈਕਟਰ ਵਰਤੇ ਜਾਂਦੇ ਨੇ, ਅੱਜ ਤੁਸੀਂ ਦੇਖ ਰਹੇ ਹੋ ਤਸਵੀਰਾਂ, ਇਹ ਟਰੈਕਟਰ ਨੇ ਜਿਹੜੇ ਅੱਜ ਜ਼ਮੀਨਾਂ ਬਚਾਉਣ ਦੇ ਲਈ ਇੱਥੇ ਆਏ ਨੇ। ਕਿਸਾਨ ਜਥੇਬੰਦੀਆਂ ਦੇ ਝੰਡੇ ਨੇ ਜਿਹੜੇ ਉਹ ਝੂਲ ਰਹੇ ਨੇ। ਕਿਸਾਨ ਇੱਥੇ ਪਹੁੰਚੇ ਨੇ। ਇਹਨਾਂ ਦਾ ਕਹਿਣਾ ਹੈ ਕਿ ਜੇ ਸਰਕਾਰ ਧੱਕਾ ਕਰਦੀ ਆ, ਅਸੀਂ ਹਰਗਿਜ਼ ਬਰਦਾਸ਼ਤ ਨਹੀਂ ਕਰਾਂਗੇ, ਆਪਣੀਆਂ ਜਾਨਾਂ ਦੇ ਦਾਂਗੇ, ਪਰ ਜ਼ਮੀਨ 'ਚ ਪੈਰ ਨਹੀਂ ਧਰਨ ਦੇਵਾਂਗੇ। ਅੱਗੇ ਕੀ ਨੀਤੀ ਆਉਂਦੀ ਆ, ਕੀ ਅਪਡੇਟ ਆਉਂਦੀ ਆ, ਉਹ ਤੁਹਾਡੇ ਨਾਲ ਸਾਂਝੀ ਕਰਾਂਗੇ। ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ। ਕੈਮਰਾਮੈਨ ਮਨੀ ਬੈਦ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ, ਭਾਸੋਂ।